ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਉਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮੂਕ ਉਚਰ ਹੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਾਉ ਕਾਲ ਕਿਰਪਾ ਕਰਾਏ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਆ ਤਾਸ ਚਰਨ ਹੈ ਦੇਵ ਰਹਿਆ ਸਤਿਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਹਿਆ ਤਾਤੇ ਅੰਗ ਵਿਲਹਣਾ ਭਗਤ ਤਾਸ ਚਰਨ ਹੈ ਦੇਵ ਰਹਿਆ ਤਿਤ ਪੁਰ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਬਖਾਣੋ ਜੋ ਗੁਣ ਅਲਖ ਅਗੰਮ ਤਿਰ ਹੈ ਗੁਣ ਅੰਤ ਨਾ ਜਾਣੋ ਹੋਏ ਥਾਉ ਵਿਧਾਤਾ ਨਿਰਮਯੋ ਸਭ
ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਸ਼ਰਧਾ ਭਾਵਨਾ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਕਰਤਾਰ। ਭੱਟ ਕੀਰਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾ ਰਹੇ ਹੈ। ਹੇ ਗਰੀਬ ਨਵਾਜ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬੇਅੰਤ ਗੁਣ ਹਨ, ਜਿਨ੍ਹਾਂ ਨੂੰ ਲਿਖਿਆ ਨਹੀਂ ਜਾ ਸਕਦਾ, ਕਹਿਣੇ ਕਥਨੇ ਤੋਂ ਬਾਹਰ ਨੇ। ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਸ਼ਰਨ ਅਸੀਂ ਧਾਰਨ ਕੀਤੀ ਹੈ, ਕਿਉਂਕਿ ਜੋ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸ਼ਰਨ ਧਾਰਨ ਕਰਦਾ ਹੈ, ਉਸ ਨੂੰ ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਕਤ ਕਰ ਦਿੰਦੇ ਹੋ। ਜਗਤ ਅੰਦਰ ਜੀਵਨ ਦੌਰਾਨ ਵੀ ਬੰਧਨਾਂ ਤੋਂ ਖਿਹੜਾ ਛੁਡਵਾ ਦਿੰਦੇ ਹੋ। ਮੋਹ ਮਮਤਾ ਰੂਪੀ ਜਾਲ ਦੀਆਂ ਤਣਾਵਾਂ ਤੋੜ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਸੁਰਦੇ ਬਿਰਤੀ ਜੋੜ ਦਿੰਦੇ ਹੋ। ਐਸੀ ਆਪ ਜੀ ਦੀ ਮਹਾਨ ਵਡਿਆਈ ਹੈ। ਅੰਤ ਸਮੇਂ ਫਿਰ ਜਾਮਾਂ ਦੀ ਫਾਹੀ ਤੋਂ ਬਚਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਦੀ ਅਭੇਰਤਾ ਆਪ ਜੀ ਕਰਵਾਉਣ ਵਾਲੇ ਹੋ। ਇਸ ਲਈ ਤਰਾਸ ਕਰਦਿਆਂ ਹੋਇਆਂ, ਡਰ ਧਾਰਨ ਕਰਦਿਆਂ ਹੋਇਆਂ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਗਾਈ ਹੈ ਭੱਟ ਕੀਰਤ ਜੀ ਨੇ, ਔਰ ਵਚਨ ਕਰ ਰਹੇ ਨੇ ਪ੍ਰਾਰੰਭਤਾ ਵਿੱਚ ਸੱਚ ਨਾਮ ਕਰਤਾਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਦੀਵੀ ਕਾਲ ਲਈ ਸੱਚਾ ਹੈ। ਜਗਤ ਅੰਦਰ ਜੋ ਕੁਝ ਵੀ ਪੈਦਾ ਹੋਇਆ ਸਭ ਕੁਝ ਬਿਨਸਨਹਾਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਵਾਹਿਗੁਰੂ ਦਾ ਨਾਮ ਸਤਯੁਗ ਦੇ ਵਿੱਚ ਵੀ ਸੱਚਾ ਸੀ, ਤ੍ਰੇਤੇ ਵਿੱਚ ਵੀ ਸੱਚਾ ਸੀ, ਦੁਆਪਰ ਵਿੱਚ ਵੀ ਸੱਚਾ ਸੀ, ਹੁਣ ਕਲਯੁਗ ਦੇ ਵਿੱਚ ਵੀ ਸੱਚਾ ਹੈ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਰਮੇਸ਼ਰ ਦਾ ਨਾਮ ਸੱਚਾ ਹੋਵੇਗਾ। ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਸਮਿਆਂ ਦੇ ਅੰਦਰ, ਇਹ ਤਿੰਨਾਂ ਕਾਲਾਂ ਦੌਰਾਨ ਪਰਮੇਸ਼ਰ ਦਾ ਨਾਮ ਸੱਚਾ ਹੈ। ਸੱਚ ਨਾਮ ਕਰਤਾਰ। ਕਿਸ ਪਰਮੇਸ਼ਰ ਦਾ ਨਾਮ ਸੱਚਾ ਹੈ? ਜਿਸ ਨੇ ਸਾਰੇ ਜੀਵਾਂ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਫੜੀ ਹੋਈ ਹੈ, ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਰੂਪੀ ਨੱਥ ਵਿੱਚ ਨੱਥਿਆ ਹੈ। ਐਸੇ ਪਰਮ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਕਰਤਾਰ ਪਰਮੇਸ਼ਰ ਦਾ ਜੋ ਸਦੀਵੀ ਕਾਲ ਲਈ ਸੱਚਾ ਰਹਿਣ ਵਾਲਾ ਨਾਮ ਹੈ। ਉਸ ਦੀ ਦ੍ਰਿੜਤਾ ਕਰਕੇ ਸੰਗ੍ਰਹਿਓ ਵਿਸ਼ੇਸ਼ ਕਰਕੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਇਕੱਤਰ ਕੀਤਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਸ਼੍ਰੋਮਣੀ ਨਾਮ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸਦੀਵੀ ਕਾਲ ਲਈ ਸੱਚਾ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦ੍ਰਿੜਤਾ ਧਾਰਨ ਕਰਕੇ ਵਾਹਿਗੁਰੂ ਦੇ ਸੱਚੇ ਨਾਮ ਨੂੰ ਵਿਸ਼ੇਸ਼ ਕਰਕੇ ਆਪਣੇ ਅੰਦਰ ਗ੍ਰਹਿਣ ਕੀਤਾ। ਫਿਰ ਉਹਨਾਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ। ਬਾਬਾ ਲਹਿਣਾ ਜੀ ਨੇ ਸਤਿਗੁਰੂ ਜੀ ਤੋਂ ਦੀਖਿਆ ਦਾਨ ਲੈ ਕੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਤੇ ਅੰਗਦ ਰੂਪ ਦੇ ਵਿੱਚ ਪ੍ਰਗਟ ਹੋਣਾ ਕੀਤਾ ਹੈ। ਮਹਾਨ ਸਤਿਗੁਰੂ ਜੀ ਦੀਆਂ ਲਗਾਈਆਂ ਹੋਈਆਂ ਕਸਵੱਟੀਆਂ ਤੇ ਪੂਰੇ ਉਤਰੇ, ਮਹਾਨ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਔਰ ਸਤਿਗੁਰੂ ਜੀ ਨੇ ਲਹਿਣਾ ਤੋਂ ਅੰਗਦ ਦੇਵ ਬਣਾ ਦਿੱਤਾ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਥਾਪ ਦਿੱਤਾ। ਹਜੂਰ ਨੇ ਸਾਧ ਸੰਗਤ ਦੀ ਜਿੰਨੀਆਂ ਵੀ ਪਰਖਾਂ ਕੀਤੀਆਂ, ਬਾਬਾ ਲਹਿਣਾ ਜੀ ਪੂਰੇ ਉਤਰਦੇ ਰਹੇ। ਇਸ ਲਈ ਭੱਟ ਕੀਰਤ ਜੀ ਨੇ ਉਚਾਰਨ ਕੀਤਾ ਹੈ, ਕਹਿੰਦੇ ਹੈ ਮਹਾਰਾਜ ਸੱਚੇ ਪਾਤਸ਼ਾਹ ਤਾ ਤੇ ਅੰਗਦ ਲਹਿਣਾ ਪ੍ਰਗਟ,
ਤਾਂ ਹੀ ਕਹਿੰਦੇ ਪ੍ਰਗਟ ਪ੍ਰਤੱਖ ਜ਼ਾਹਰ ਰੂਪ ਦੇ ਵਿੱਚ ਹੋਣਾ ਕੀਤਾ ਬਾਬਾ ਲਹਿਣਾ ਜੀ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਰੂਪ ਵਿੱਚ, ਕਿਉਂਕਿ ਇਹਨਾਂ ਨੇ ਹਰ ਇੱਕ ਪਰਖ ਦੇ ਵਿੱਚ ਪੂਰੇ ਉਤਰਨਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਨ ਦੀ ਦੇਰ ਹੁੰਦੀ ਪਹਿਲਾਂ ਹੀ ਕਮਰ ਕੱਸਾ ਕਰਕੇ ਰੱਖਦੇ। ਕਦੇ ਸਤਿਗੁਰੂ ਜੀ ਦੇ ਬਚਨਾਂ ਤੇ ਰੱਤਾ ਭਰ ਵੀ ਕਾਨ ਕਨੌਟ ਨਹੀਂ ਸੀ ਕਰਨਾ ਕੀਤੀ, ਨਹੀਂ ਸੀ ਕਦੇ ਵੀ ਆਪਣਾ ਆਪ ਜਣਾਇਆ। ਨਿਮਰਤਾਵਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਇਹ ਦਾਤ ਪ੍ਰਾਪਤ ਕੀਤੀ ਗੁਰਤਾ ਗੱਦੀ ਦੀ। ਕਿਉਂਕਿ ਸਾਧ ਸੰਗਤ ਜੀ, ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਪੜ੍ਹਦੇ ਹਾਂ, ਜਿਨ੍ਹਾਂ ਨੇ ਭਾਵਨਾ ਸਹਿਤ ਗੁਰੂ ਕੇ ਬਚਨ ਮੰਨਣ ਰੂਪ ਸੇਵਾ ਨੂੰ ਕਮਾਇਆ ਹੈ। ਸਤ ਬਚਨ ਕਰਕੇ ਨਿਸ਼ਚੈ ਕਰਕੇ ਸਤਿਗੁਰਾਂ ਦੀ ਆਗਿਆ ਨੂੰ ਮੰਨਿਆ, ਉਹਨਾਂ ਨੇ ਇਸ ਪਰਮ ਪਦਵੀ ਨੂੰ ਪ੍ਰਾਪਤ ਕੀਤਾ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਨ੍ਹਾਂ ਨੇ ਭਾਵਨਾ ਸਹਿਤ ਸੇਵਾ ਕੀਤੀ ਹੈ, ਉਹੋ ਹੀ ਗੁਰਮੁਖ ਪਿਆਰੇ ਮਾਣ ਨੂੰ ਪ੍ਰਾਪਤ ਕਰਦੇ। ਅਤੇ ਮਾਣ ਵੀ ਕਿਹੋ ਜਿਹਾ ਬਾਬਾ ਲਹਿਣਾ ਜੀ ਨੇ ਪ੍ਰਾਪਤ ਕੀਤਾ, ਜੋ ਜੁਗਾਂ ਜੁਗਾਂ ਤੱਕ ਅਟਲ ਰਹਿਣ ਵਾਲਾ ਹੈ। ਗਰੀਬ ਨਵਾਜ, ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਜੀ ਸ਼ਰਨ ਧਾਰਨ ਕਰਨ ਦੀ ਵਡਿਆਈ ਹੈ। ਗਰੀਬ ਨਵਾਜ, ਹੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਦੀ ਸ਼ਰਨ ਧਾਰਨ ਕੀਤੀ ਬਾਬਾ ਲਹਿਣਾ ਜੀ ਨੇ, ਔਰ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹੀ ਰੂਪ ਦੇ ਵਿੱਚ ਪ੍ਰਗਟ ਹੋਏ ਹਨ। ਦਾਸ ਉਹਨਾਂ ਦੇ ਚਰਨਾਂ ਦੇ ਤਾਈ ਆਪ ਜੀ ਨੇ ਮਹਾਰਾਜ ਲਿਵ ਲਾ ਕੇ ਰੱਖਣਾ ਕੀਤੀ ਹੈ। ਅਥਵਾ ਬਾਬਾ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਨਾਲ ਲਿਵ ਲਾ ਕੇ ਰੱਖੀ। ਪ੍ਰੇਮ ਦੇ ਸਹਿਤ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਨੂੰ ਹੀ ਆਪਣੇ ਹਿਰਦੇ ਅੰਦਰ ਵਸਾ ਕੇ ਰੱਖਦੇ। ਪਾਠ ਕੀਰਤ ਜੀ ਉਚਾਰਨ ਕਰ ਰਹੇ ਹੈ, ਉਸੇ ਹੀ ਕੁਲ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਜਿਤਨੇ ਵੀ ਕੋਈ ਸਿੱਖ ਸੇਵਕ ਭਾਵਨਾ ਦੇ ਸਹਿਤ ਹੋ ਕਰਕੇ ਜਿਹੋ ਜਿਹੀ ਆਸਾ ਲੈ ਕਰਕੇ ਆਏ, ਉਹਨਾਂ ਆਸਾਂ ਨੂੰ ਪੂਰੀਆਂ ਕਰਨਾ ਕੀਤਾ ਹੈ। ਆਸਾ ਨਿਵਾਸ, ਔਰ ਕਹਿੰਦੇ ਹਨ ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਸਿੱਖਾਂ ਨੇ ਆਸਾ ਧਾਰਨ ਕੀਤੀ ਸੀ ਸਤਿਗੁਰੂ ਜੀ ਦੇ ਚਰਨਾਂ ਦੀ, ਮਹਾਰਾਜ ਸੱਚੇ ਪਾਤਸ਼ਾਹੀ ਤੋਂ ਨਾਮ ਦੀ ਦਾਤ ਲੈ ਕੇ ਹਿਰਦੇ ਵਿੱਚ ਵਸਾਉਣ ਦੀ, ਉਹਨਾਂ ਦੇ ਹਿਰਦੇ ਅੰਦਰ ਆਸਾ ਦੇ ਸਹਿਤ ਨਿਵਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਨਾਮ ਦਾ ਨਿਵਾਸ ਕਰਾ ਦਿੱਤਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਸਦੀਵੀ ਕਾਲ ਵਾਸਤੇ ਸੱਚਾ ਹੈ, ਪਰਮੇਸ਼ਰ ਦਾ ਨਾਮ ਸਦਾ ਵਾਸਤੇ ਸਤ ਰਹਿਣ ਵਾਲਾ ਹੈ, ਉਹਨਾਂ ਗੁਰਸਿੱਖਾਂ ਜਗਿਆਸੂਆਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਵਾਸ ਕਰ ਦਿੱਤਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਅੰਦਰ ਇਹੋ ਹੀ ਆਸਾ ਲਗਾਈ ਸੀ, ਮਹਾਰਾਜ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਹੀ ਬਖਸ਼ਿਸ਼ ਕਰੋ। हे ਮਹਾਰਾਜ, ਆਪਣੇ ਚਰਨਾਂ ਦੀ ਪ੍ਰੀਤ ਕੇਵਲ ਸਾਡੇ ਹਿਰਦੇ ਅੰਦਰ ਸਤਿਗੁਰੂ ਜੀ ਉਤਪੰਨ ਕਰੋ। ਜਿਨ੍ਹਾਂ ਨੇ ਐਸੀ ਭਾਵਨਾ ਧਾਰਨ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ, ਆਪਣੇ ਹਿਰਦੇ ਅੰਦਰ ਆਸਾ ਧਾਰਨ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਸਭ ਆਸਾਵਾਂ ਪੂਰੀਆਂ ਕਰ ਦਿੱਤੀਆਂ। ਅਥਵਾ ਹਜੂਰ ਬਚਨ ਕਰਦੇ ਆ ਭੱਟ ਰਸਨਾ ਦੁਆਰਾ, ਤਿਤ ਕੁਲ ਗੁਰ ਨਿਮਲ ਅਵਤਰਿਓ, ਮਹਾਰਾਜ ਸੱਚੇ ਪਾਤਸ਼ਾਹ, हे ਗਰੀਬ ਨਵਾਜ, ਤਿੰਨ ਕੁਲ ਗੁਰ ਅਮਰਦਾਸ ਆਸਾ ਨਿਵਾਸ। ਕਹਿੰਦੇ ਹਨ ਜਿਨ੍ਹਾਂ ਨੇ ਸਭ ਆਸਾਂ ਨੂੰ ਵਿਸ਼ੇਸ਼ ਕਰਕੇ ਕਹਿੰਦੇ ਹਨ ਆਪਣੇ ਹਿਰਦੇ ਵਿੱਚੋਂ ਬਾਹਰ ਕੱਢ ਦੇਣਾ ਕੀਤਾ ਹੈ। ਰੱਤਾ ਭਰ ਵੀ ਕਿਸੇ ਪ੍ਰਕਾਰ ਦੀ ਆਸ, ਕੋਈ ਇੱਛਾ, ਕੋਈ ਤਮਾ ਨਹੀਂ ਆਪਣੇ ਹਿਰਦੇ ਅੰਦਰ ਨਿਵਾਸ ਹੋਣ ਦਿੱਤਾ। ਐਸੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਤਿੰਨ ਕੁਲ, ਕਿਹੜੀ ਕੁਲ ਦੇ ਅੰਦਰ ਜਿਹੜੀ ਗੁਰਤਾ ਗੱਦੀ ਦੀ ਕੁਲ ਤੁਰੀ ਆ ਰਹੀ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗਰੀਬ ਨਵਾਜ ਸਤਿਗੁਰੂ ਜੀ ਨੇ ਬਾਬਾ ਲਹਿਣਾ ਜੀ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ, ਔਰ ਉਸੇ ਹੀ ਗੁਰਤਾ ਪਦਵੀ ਦੀ ਕੁਲ ਦੇ ਅੰਦਰ ਧੰਨ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਪ੍ਰਗਟ ਹੋਏ ਹੋ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਬੇਅੰਤ ਆਪ ਜੀ ਦੇ ਗੁਣ ਹਨ। ਤਾਸ ਗੁਣ ਕਵਣ ਬਖਾਣਾ, ਕਿਸੇ ਵਿੱਚ ਐਸਾ ਬਲ ਨਹੀਂ ਹੈ ਜੋ ਆਪ ਜੀ ਦੇ ਸਮਗਰ ਗੁਣਾਂ ਨੂੰ ਗਾ ਸਕੇ। ਕਿਸ ਜੀਵ ਵਿੱਚ ਐਨੀ ਸ਼ਕਤੀ ਹੈ, ਕਿਸ ਵਿੱਚ ਐਸਾ ਬਲ ਹੈ ਕਿ ਇਹ ਸਤਿਗੁਰੂ ਜੀ ਆਪ ਜੀ ਦੇ ਪੂਰੀ ਤਰ੍ਹਾਂ ਗੁਣਾਂ ਨੂੰ ਗਾ ਸਕੇ, ਕਿਸੇ ਵਿੱਚ ਐਨੀ ਸਮਰੱਥਾ ਹੈ ਹੀ ਨਹੀਂ ਹੈ। ਤਾਸ ਗੁਣ ਕਵਣ ਬਖਾਣਾ, हे ਮਹਾਰਾਜ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਗੁਣਾਂ ਨੂੰ ਭਲਾ ਕੌਣ ਕਥਨ ਕਰ ਸਕਦਾ ਹੈ। ਸਾਧ ਸੰਗਤ ਜੀ, ਜਿਵੇਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਦੀਆਂ ਦੀ ਕੁਲ ਵਿੱਚ ਹਜੂਰ ਨੇ ਅਵਤਾਰ ਧਾਰਿਆ। ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤ੍ਰੇਣ ਗੁਲ ਦੇ ਵਿੱਚ ਪ੍ਰਗਟੇ ਹੈ। ਔਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਭੱਲਿਆਂ ਦੀ ਵੰਸ਼ ਵਿੱਚ ਪ੍ਰਗਟ ਹੋਏ ਹੈ। ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਸੋਢ ਵੰਸ਼ ਵਿੱਚ ਅਵਤਾਰ ਧਾਰੇ ਹੈ। ਪਰ ਇੱਥੇ ਪ੍ਰਕਰਨ ਅਨੁਸਾਰ ਹਜੂਰ ਨੇ ਗੁਰਤਾ ਗੱਦੀ ਰੂਪੀ ਕੋਲ ਇੱਥੇ ਕਥਨ ਕੀਤੀ ਹੈ। ਇਹ ਅਰਥ ਸਮਝਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੋ ਆਪ ਜੀ ਦੀ ਗੁਰਤਾ ਗੱਦੀ ਰੂਪ ਤਿਲਕ ਹੈ ਨਾ, ਗੁਰਤਾ ਗੱਦੀ ਰੂਪ ਐਸੀ ਸ਼੍ਰੋਮਣੀ ਵੰਸ਼ ਹੈ। ਇਸ ਵਿੱਚ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਪ੍ਰਗਟੇ ਹੈ। ਫਿਰ ਉਸੇ ਹੀ ਗੁਰਤਾ ਗੱਦੀ ਰੂਪ ਵੰਸ਼ ਦੇ ਅੰਦਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਹੈ। ਤਾਸ ਗੁਣ ਕਵਨ ਵਖਾਣਾ, ਹੇ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬੇਅੰਤ ਗੁਣ ਹਨ, ਕਿਵੇਂ ਕੋਈ ਕਥਨ ਕਰ ਸਕਦਾ ਹੈ। ਫਿਰ ਉਚਾਰਨ ਕੀਤਾ ਹੈ ਭੱਟ ਕੀਰਤ ਜੀ ਨੇ, ਕਹਿੰਦੇ ਜਿਹੜੇ ਗੁਣ ਅਗੰਮ ਤੇ ਅਲੱਖ ਹੋਵਣ, ਭਾਵ ਵੇਦਾਂ ਸ਼ਾਸਤਰਾਂ ਦੁਆਰਾ ਵੀ ਜਿਨ੍ਹਾਂ ਦੇ ਤਾਂ ਗਮਤਾ ਨਾ ਕੀਤੀ ਜਾ ਸਕਦੀ ਹੋਵੇ, ਅਲੱਖ ਆਪਣੇ ਬਲ ਦੇ ਨਾਲ ਜਿਨ੍ਹਾਂ ਨੂੰ ਲਖਿਆ ਨਾ ਜਾ ਸਕਦਾ ਹੋਵੇ। ਉਹਨਾਂ ਗੁਣਾਂ ਦਾ ਕਹਿੰਦੇ ਕਦਾ ਚਿਤ ਵੀ ਰੱਤਾ ਭਾਰ ਵੀ ਕਿਤੇ ਅੰਤ ਨਾ ਕੋਈ ਜਾਣ ਲਿਓ ਕਿ ਕੋਈ ਅੰਤ ਪਾ ਲਵੇਗਾ। ਬੇਅੰਤ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਣ ਹੈ। ਇੱਕ ਤਾਂ ਨਿਰਗੁਣ ਸਰੂਪ ਦੇ ਵਿੱਚ ਅਲੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਰੂਪ ਹੈ, ਉਸ ਦੇ ਗੁਣਾਂ ਨੂੰ ਕੋਈ ਕਥਨ ਨਹੀਂ ਕਰ ਸਕਦਾ। ਉਸ ਵਿੱਚ ਕਿਵੇਂ ਕੋਈ ਕਥਨ ਕਰੇਗਾ, ਕਿਹਦੇ ਨਾਲ ਬਰਾਬਰਤਾ ਦੇਖ ਕਰਕੇ, ਕਿਸ ਦੀ ਉਦਾਹਰਨ ਦੇਖ ਕਰਕੇ ਕਥਨ ਕਰੇਗਾ, ਕਿਉਂਕਿ ਉਸ ਨਿਰਗੁਣ ਸਰੂਪ ਦੇ ਅੰਦਰ ਨਾ ਕੋਈ ਰੂਪ ਰੇਖ ਰੰਗ ਜਾਤ ਪਾਤ ਚੱਕਰ ਚਿੰਨ੍ਹ ਕੁਝ ਵੀ ਕੋਈ ਕਥਨ ਕਰ ਹੀ ਨਹੀਂ ਸਕਦਾ। ਕਿਹੋ ਜਿਹਾ ਮਹਾਰਾਜ ਆਪ ਜੀ ਦਾ ਸਰੂਪ ਹੈ, ਕਿਹੋ ਜਿਹਾ ਰੂਪ ਰੰਗ ਹੈ, ਕਿਵੇਂ ਕੋਈ ਕਥਨ ਕਰ ਲਵੇਗਾ, ਨਾਮੁਮਕਿਨ ਹੈ। ਫਿਰ ਕਹਿੰਦੇ ਹਨ ਵੇਦਾਂ ਸ਼ਾਸਤਰਾਂ ਦੇ ਦੁਆਰਾ, ਇਹਨਾਂ ਸਾਧ ਸੰਗਤ ਜੀ ਸ਼ਾਸਤਰਾਂ ਪੁਰਾਣਾਂ ਦੇ ਦੁਆਰਾ ਵੀ ਭਾਵੇਂ ਕੋਈ ਯਤਨ ਕਰ ਲਵੇ, ਪਰ ਫਿਰ ਵੀ ਸਤਿਗੁਰੂ ਜੀ ਦੇ ਗੁਣਾਂ ਤਾਂ ਗਮਤਾ ਨਹੀਂ ਪਾ ਸਕਦਾ। ਆਪਣੇ ਬਲ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣ ਸਰੂਪ ਦੀ ਵੀ ਤੁਹਾਡੀ ਗਮਤਾ ਨਹੀਂ ਪਾਈ ਜਾ ਸਕਦੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬੇਅੰਤ ਗੁਣ ਹਨ, ਜੋ ਗੁਣ ਅਲੱਖ ਅਗੰਮ ਤਿਨਹਿ ਗੁਣ ਅੰਤ ਨਾ ਜਾਣਾ। ਭੱਟ ਕੀਰਤ ਜੀ ਉਚਾਰਨ ਕਰਦੇ ਪਏ, ਕਹਿੰਦੇ ਉਹਨਾਂ ਗੁਣਾਂ ਦਾ ਕਦੇ ਅੰਤ ਨਾ ਜਾਣਨਾ ਕਰੋ ਕਿ ਅਸੀਂ ਅੰਤ ਪਾ ਲਵਾਂਗੇ ਜਾਂ ਸਾਡੇ ਵਿੱਚੋਂ ਕੋਈ ਅੰਤ ਪਾ ਲਵੇਗਾ। ਕਹਿੰਦੇ ਹਨ ਜਿਹੜੇ ਹੈ ਹੀ ਅਲੱਖ ਗੁਣ ਹਨ, ਲਖੇ ਨਹੀਂ ਜਾ ਸਕਦੇ। ਜਿਹੜੇ ਹੈ ਹੀ ਅਗੰਮ ਹਨ, ਜਿਨ੍ਹਾਂ ਤਾਈਂ ਗਮਤਾ ਨਹੀਂ ਕੀਤੀ ਜਾ ਸਕਦੀ। ਇਹ ਮਤਾਂ ਕੋਈ ਆਪਣੇ ਮਨ ਵਿੱਚ ਭੁਲੇਖਾ ਰੱਖੇ ਕਿ ਉਹਨਾਂ ਸਤਿਗੁਰਾਂ ਦੇ ਗੁਣਾਂ ਦਾ ਅੰਤ ਪਾ ਸਕਦੇ ਹਾਂ, ਇਹ ਨਾਮੁਮਕਿਨ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਜਗਤ ਜਲੰਦੇ ਨੂੰ ਤਾਰਨ ਦੇ ਲਈ ਬੋਹਿ ਥਉ ਵਿਧਾਤਾ। ਵਿਧਾਤਾ ਕਹੀਏ, ਫਲ ਵਰਦਾਤਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਸਰੂਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਭ ਦਾਤਾਂ ਦੇਣ ਦੇ ਸਮਰੱਥ ਹਨ। ਉਹਨਾਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਜਲੰਦੇ ਨੂੰ ਤਾਰਨ ਲਈ ਮਹਾਰਾਜ ਆਪ ਜੀ ਨੂੰ ਬੇੜੇ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ। ਬੋਹਿ ਥਉ ਵਿਧਾਤਾ, ਨਿਰਮਯ। ਨਿਰਮਯ ਕਹਿੰਦੇ ਹਨ ਪੈਦਾ ਕਰਨ ਨੂੰ, ਉਤਪੰਨ ਕਰਨੇ ਨੂੰ। ਮਹਾਰਾਜ ਆਪ ਜੀ ਨੂੰ ਐਸਾ ਪ੍ਰਗਟ ਕੀਤਾ ਹੈ ਜਿਸ ਗਰੀਬ ਨਵਾਜ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਨੇ ਸ਼ਰਨ ਧਾਰਨ ਕੀਤੀ। ਉਹਨਾਂ ਸਤਿਗੁਰਾਂ ਨੇ ਮਹਾਰਾਜ ਆਪ ਜੀ ਨੂੰ ਜਹਾਜ਼ ਰੂਪ ਜਗਤ ਅੰਦਰ ਪ੍ਰਗਟ ਕੀਤਾ ਹੈ, ਜਗਤ ਨੂੰ ਤਾਰਨ ਲਈ। ਸਭ ਜਿਤਨੀ ਵੀ ਸੰਗਤ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰਦੀ, ਉਹ ਤਰਨ ਵਾਲੀ ਹੈ। ਸਭ ਸੰਗਤ ਕੋਲ ਉਦਰਨ। ਔਰ ਜਿਨ੍ਹਾਂ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਸ਼ਰਧਾ ਤੇ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕੀਤਾ ਹੈ, ਉਹ ਸੰਗਤ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਲਾਂ ਦਾ ਵੀ ਉਧਾਰ ਕਰ ਦੇਣਾ ਕੀਤਾ। ਸਭ ਸੰਗਤ ਕੋਲ ਉਧਰਨ।
ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਪ੍ਰੀਤ ਆਪਣੇ ਹਿਰਦਿਆਂ ਵਿੱਚ ਧਾਰਨ ਕੀਤੀ, ਉਹਨਾਂ ਸਿੱਖਾਂ ਦੀਆਂ ਕੁਲਾਂ ਦਾ ਵੀ ਆਪ ਜੀ ਨੇ ਉਧਾਰ ਕਰ ਦੇਣਾ ਕੀਤਾ ਹੈ। ਐਸੀ ਮਹਾਨ ਆਪ ਜੀ ਦੀ ਵਡਿਆਈ ਹੈ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਜੋ ਵੀ ਕੋਈ ਮਾਈ ਪਾਈ ਸਿੱਖ ਸੇਵਕ ਕਿਸੇ ਵੀ ਮਜ਼ਹਬ ਦਾ ਆਪ ਜੀ ਦੇ ਚਰਨਾਂ ਵਿੱਚ ਆ ਜਾਂਦਾ ਹੈ, हे ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਕੇ ਉਹਨਾਂ ਨੂੰ ਉਧਾਰ ਕਰ ਦਿੰਦੇ ਹੋ। ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਆਪ ਜੀ ਬਚਾ ਲੈਂਦੇ ਹੋ। ਮਹਾਰਾਜ ਕੁਲਾਂ ਦਾ ਆਪ ਜੀ ਉਧਾਰ ਕਰਨ ਵਾਲੇ ਹੋ। ਅਮਰਦਾਸ ਕੀਰਤ ਕਹੈ। ਭਟ ਕੀਰਤ ਜੀ ਉਚਾਰਨ ਕਰਦੇ ਐ, ਕਹਿੰਦੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਅਸੀਂ ਜਸ ਆਖ ਰਹੇ ਹਾਂ। ਔਰ ਭਟ ਜੀ ਕਹਿੰਦੇ ਹਨ ਅਸੀਂ ਐਸਾ ਸ਼੍ਰੋਮਣੀ ਜਸ ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਆਖ ਰਹੇ ਹਾਂ। ਕਾਹੇ ਕਾਹੇ ਤੂੰ ਪਾਸਰਨਾ। ਇਹ ਮਹਾਰਾਜ ਸੱਚੇ ਪਾਤਸ਼ਾਹ ਤਰਾਸ ਕਰਦਿਆਂ ਹੋਇਆਂ, ਡਰ ਧਾਰਨ ਕਰਦਿਆਂ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ। ਤੋ ਪਾ ਸ਼ਰਨ ਪਾ ਮਹਾਰਾਜ ਆਪ ਜੀ ਦੀ ਸ਼ਰਨ ਦੇ ਵਿੱਚ ਪਏ ਹਾਂ, ਡਰ ਧਾਰਨ ਕਰਕੇ। ਕਿਉਂਕਿ ਸੰਸਾਰ ਦੇ ਅੰਦਰ ਸਭ ਥਾਵਾਂ ਤੇ ਭਟਕ ਕਰਕੇ ਦੇਖ ਲਿਆ, ਕਿਸੇ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਠਾਹਰ ਨਹੀਂ ਪ੍ਰਾਪਤ ਹੋਈ। ਤਰਾਸ ਡਰ ਧਾਰਨ ਕਰਕੇ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲਟਕਣ ਦਾ ਡਰ ਧਾਰਨ ਕੀਤਾ। ਜਮਾਂ ਦੀ ਫਾਹੀ ਗਲ ਵਿੱਚ ਪੈਣੇ ਦਾ ਡਰ ਮਹਾਰਾਜ ਸੱਚੇ ਪਾਤਸ਼ਾਹ ਧਾਰਨ ਕਰਕੇ, ਸੰਸਾਰ ਦੇ 84 ਦੇ ਗੇੜੇ ਵਿੱਚ ਪੈਣੇ ਦਾ ਮਹਾਰਾਜ ਸੱਚੇ ਪਾਤਸ਼ਾਹ ਡਰ ਧਾਰਨ ਕੀਤਾ। ਕਿਉਂਕਿ ਤੁਹਾਡੀ ਸ਼ਰਨ ਧਾਰਨ ਕੀਤੇ ਤੋਂ ਬਿਨਾਂ ਕਦੇ ਮੁਕਤ ਹੋ ਹੀ ਨਹੀਂ ਸਕਦੇ। ਮਹਾਰਾਜ ਇਹ ਸੰਸਾਰ ਵਿੱਚ ਸਮੁੰਦਰ ਵਿੱਚ ਬਾਰ-ਬਾਰ ਜੰਮਣ ਮਨ ਰੂਪੀ ਗੋਤੇ ਖਾਣ ਦਾ ਜਿਹੜਾ ਆਵਾਗਮਨ ਦਾ ਚੱਕਰ ਹੈ, ਆਪ ਜੀ ਦੀ ਸ਼ਰਨ ਧਾਰਨ ਕੀਤੇ ਤੋਂ ਬਿਨਾਂ ਕਦੇ ਮੁੱਕ ਸਕਦਾ ਹੀ ਨਹੀਂ ਹੈ। ਇਸ ਲਈ ਭਟ ਕੀਰਤ ਜੀ ਉਚਾਰਨ ਪਏ ਕਰਦੇ ਆ, ਤਰਾਹੇ ਤੋ ਪਾਸ ਸ਼ਰਨ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਰਾਸ ਕਰਦਿਆਂ ਹੋਇਆਂ, ਮਹਾਰਾਜ ਇਹ ਜਮਾਂ ਦੀ ਮਾਰ ਬੜੀ ਭਿਆਨਕ ਹੈ। ਨਰਕਾਂ ਦੀ ਮਹਾਰਾਜ ਅੱਗ ਬੜੀ ਸੇਕ ਮਾਰਦੀ ਹੈ। ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿੰਨਾ ਤਸੀਹੇ ਚੱਲਣੇ ਪੈਂਦੇ ਹੈ। ਇਹ ਸਭ ਮਨ ਵਿੱਚ ਡਰ ਧਾਰਨ ਕਰਕੇ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਜੋ ਅਕਾਲ ਪੁਰਖ ਪਰਮੇਸ਼ਰ ਹੈ, ਜਿਸ ਨੂੰ ਨਾਰਾਇਣ ਆਖਿਆ ਜਾਂਦਾ ਹੈ। ਨਰ ਆਇਣ ਸਭ ਨਰਾਂ ਦੇ ਵਿੱਚ ਆਇਆ ਹੋਇਆ ਜੋ ਪਰਮੇਸ਼ਰ ਹੈ। ਨਾਰਾਇਣ ਜਿਸ ਪਰਮੇਸ਼ਰ ਦੇ ਸਰੂਪ ਦੇ ਅੰਦਰ ਅਵਿਦਿਆ ਰੂਪੀ ਨਾਰਾਇਣ ਰਾਤ ਨਹੀਂ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਸਾਧ ਸੰਗਤ ਜੀ ਜਗਤ ਅੰਦਰ ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਸ਼ਰਨ ਧਾਰਨ ਕਰਦੇ ਹੈ, ਜਿਨ੍ਹਾਂ ਸਿੱਖਾਂ ਸੇਵਕਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਧਾਰਨ ਕੀਤੀ ਹੈ। ਹਜ਼ੂਰ ਕਹਿੰਦੇ ਹਨ ਪਰਮਾਤਮਾ ਨੇ ਐਸੀ ਉਹਨਾਂ ਤੇ ਕਿਰਪਾ ਕੀਤੀ, ਨਾ ਅਰ ਆਇਣ ਕਹਿੰਦੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਜਿਹੜੇ ਵਿਕਾਰਾਂ ਰੂਪੀ ਅਰੀ ਵੈਰੀ ਹੈ ਨਾ, ਉਹ ਵੀ ਕਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣ ਦੇਣਾ ਕੀਤੇ। ਜਿਸ ਪਰਮੇਸ਼ਰ ਦੇ ਆਪਣੇ ਸਰੂਪ ਰੂਪੀ ਘਰ ਦੇ ਅੰਦਰ ਵਿਕਾਰਾਂ ਰੂਪੀ ਸਾਧ ਸੰਗਤ ਜੀ ਵੈਰੀ ਨਹੀਂ ਹਨ। ਆਪ ਨਾਰਾਇਣ ਕਲਾ ਧਾਰ, ਉਹ ਸਭ ਕਲਾਂ ਦੇ ਸਭ ਸ਼ਕਤੀਆਂ ਦੇ ਧਾਰਨ ਕਰਨ ਵਾਲਾ ਪਰਮੇਸ਼ਰ ਹੈ। ਉਸ ਪਰਮੇਸ਼ਰ ਨੇ ਨਿਰਗੁਣ ਤੋਂ ਸਰਗੁਣ ਸਰੂਪ ਦੇ ਅੰਦਰ ਜਗਤ ਅੰਦਰ ਪਰਵਿਰਤਿਤ ਹੋਣਾ ਕੀਤਾ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਰੂਪ ਦੇ ਵਿੱਚ ਪ੍ਰਤੱਖ ਪ੍ਰਗਟ ਹੋਣਾ ਕੀਤਾ ਮਨੁੱਖਾ ਜਾਮੇ ਵਿੱਚ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤੇ ਆ ਨਾ, ਕਹਿੰਦੇ ਹਨ ਐਸਾ ਪ੍ਰਚੰਡ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੂਪ ਪ੍ਰਗਟ ਕੀਤਾ ਹੈ, ਜਿਵੇਂ ਸੂਰਜ ਚੜ੍ਹਨ ਦੇ ਨਾਲ ਸਭ ਥਾਵਾਂ ਤੇ ਪ੍ਰਕਾਸ਼ ਹੋ ਜਾਂਦਾ ਹੈ। ਔਰ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗਿਆਨ ਸਰੂਪ ਜਗਤ ਅੰਦਰ ਪ੍ਰਗਟ ਹੋਇਆ ਹੈ। ਨਿਰਗੁਣ ਨੇ ਸਰਗੁਣ ਸਰੂਪ ਸੰਸਾਰ ਅੰਦਰ ਮਨੁੱਖਾ ਜਾਮੇ ਵਿੱਚ ਪ੍ਰਗਟ ਕੀਤਾ। ਧਰਤੀ ਦੀ ਬੇਬਲਤਾ ਭਰੀ ਪੁਕਾਰ ਸੁਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ, ਜਗਤ ਜਲੰਦੇ ਦੇ ਸੰਸਾਰ ਦੇ ਜੀਵਾਂ ਨੂੰ ਪਾਰ ਕਰਨ ਦੇ ਵਾਸਤੇ। ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਰੂਪੀ ਬੇੜਾ ਦੇਣ ਦੇ ਲਈ ਆਪ ਜਗਤ ਅੰਦਰ ਪ੍ਰਗਟ ਹੋਣਾ ਕੀਤਾ। ਔਰ ਹਜ਼ੂਰ ਕਹਿੰਦੇ ਹਨ ਭਟ ਰਸਨਾ ਦੁਆਰਾ ਉਚਾਰਨ ਕਰਦੇ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਜਗਤ ਦੇ ਅੰਦਰ ਸਭ ਥਾਵਾਂ ਤੇ ਪ੍ਰਵਿਰਤ ਹੋਏ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ।
ਅਥਵਾ ਜਿਸ ਪਰਮੇਸ਼ਰ ਦਾ ਸਰੂਪ ਹਰ ਘਟ ਦੇ ਅੰਦਰ ਹੈ। ਜਗਤ ਅੰਦਰ ਕਿਸੇ ਵੀ ਥਾਂ ਤੇ ਚਲੇ ਜਾਵੋ, ਦੀ ਤਰ੍ਹਾਂ ਪਰਮੇਸ਼ਰ ਦਾ ਸਰੂਪ ਸਭ ਥਾਵਾਂ ਤੇ ਸਮਾਇਆ ਹੋਇਆ ਹੈ। ਹਰ ਇੱਕ ਘਟ ਦੇ ਅੰਦਰ ਪਰਮੇਸ਼ਰ ਜੋਤ ਰੂਪ ਹੋ ਕਰਕੇ ਵਿਆਪਕ ਹੈ। ਐਸਾ ਉਹ ਪਰਮੇਸ਼ਰ ਵਾਹਿਗੁਰੂ, ਪਰਮੇਸ਼ਰ ਸਰੂਪ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਅਨੰਤ ਕਲਾ ਦੇ ਸਹਿਤ ਜਗਤ ਅੰਦਰ ਪ੍ਰਗਟ ਹੋਣਾ ਕੀਤਾ ਹੈ। ਸਾਧ ਸੰਗਤ ਜੀ, ਜਿਵੇਂ ਦੁਆਪਰ ਯੁੱਗ ਦੇ ਕ੍ਰਿਸ਼ਨ ਭਗਵਾਨ ਜੀ 16 ਕਲਾ ਇਹ ਸੰਪੂਰਨ ਸਨ, 16 ਕਲਾ ਸੰਪੂਰਨ ਫਲੇ, ਕੋਈ ਆਕਾਰ ਕਥਨ ਕੀਤਾ ਨਹੀਂ ਜਾ ਸਕਦਾ। ਜੋਤ ਜਗ ਮੰਡਲ ਕਰਿਆ, ਨਿਰੰਕਾਰ ਆਕਾਰ, ਨਿਰੰਕਾਰ ਨੇ ਆਕਾਰ ਰੂਪ ਦੇ ਵਿੱਚ ਪ੍ਰਗਟ ਹੋਣਾ ਕੀਤਾ ਹੈ। ਕਿਵੇਂ? ਮਨੁੱਖਾ ਜਾਮੇ ਦੇ ਅੰਦਰ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆ। ਜਿਸ ਪਰਮੇਸ਼ਰ ਨੇ ਆਪਣੀ ਜੋਤ ਜਗਤ ਮੰਡਲ ਦੇ ਅੰਦਰ ਸਾਧ ਸੰਗਤ ਜੀ ਪ੍ਰਵਿਰਤ ਕੀਤੀ ਹੋਈ ਹੈ। ਹਰ ਇੱਕ ਘਰ ਦੇ ਅੰਦਰ ਜਿਸ ਪਰਮਾਤਮਾ ਨੇ ਆਪਣੀ ਜੋਤ ਵਸਾਈ ਹੈ, ਉਸ ਵਾਹਿਗੁਰੂ ਨਿਰੰਕਾਰ ਨੇ ਆਕਾਰ ਰੂਪ ਦੇ ਵਿੱਚ ਪ੍ਰਗਟ ਹੋਣਾ ਕੀਤਾ। ਸਰਗੁਣ ਸਰੂਪ ਮਨੁੱਖਾ ਜਾਮੇ ਵਿੱਚ ਉਹ ਵਾਹਿਗੁਰੂ ਪ੍ਰਗਟ ਹੋਇਆ। ਜਹ ਕਹਿ ਤਹ ਭਰਪੂਰ, ਜਿੱਥੇ ਕਿਥੇ ਵੀ ਦੇਖਣਾ ਕਰੀਏ, ਤਹ ਕਹਿੰਦੇ ਨੇ ਉੱਥੇ ਭਾਵ ਜਹ ਕਹਿ ਤਹ ਭਰਪੂਰ, ਪਰਿਪੂਰਵਕ ਹੋਣਾ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੇ, ਜਿਸ ਨੇ ਆਕਾਰ ਰੂਪ ਦੇ ਵਿੱਚ ਜਗਤ ਅੰਦਰ ਪ੍ਰਗਟ ਹੋਣਾ ਕੀਤਾ। ਸਬਦ ਦੀਪਕ ਦੀਪਾਇਆ, ਉਸ ਪਰਮੇਸ਼ਰ ਸਰੂਪ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਤ ਅੰਦਰ ਸ਼ਬਦ ਦਾ ਦੀਪਕ ਬਾਲ ਕਰਕੇ ਸ਼ਬਦ ਦੀਪਕ ਦੀਪਾਇਆ, ਔਰ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਪ੍ਰਕਾਸ਼ ਕੀਤਾ ਹੈ। ਸ਼ਬਦ ਦੀਪਕ ਦੀਪਾਇਆ, ਜਿਨ੍ਹਾਂ ਸਿੱਖਾਂ ਦੇ ਹਿਰਦੇ ਅੰਦਰ ਸ਼ਬਦ ਦਾ ਦੀਵਾ ਸਾਧ ਸੰਗਤ ਜੀ ਬਾਲ ਦਿੱਤਾ, ਉਹਨਾਂ ਦੇ ਹਿਰਦੇ ਅੰਦਰ ਐਸਾ ਗਿਆਨ ਦਾ ਪ੍ਰਕਾਸ਼ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਅਗਿਆਨ ਦਾ ਹਨੇਰਾ ਸਦਾ ਵਾਸਤੇ ਉੱਥੋਂ ਮਿਟਾ ਦਿੱਤਾ। ਐਸੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ। ਸ਼ਬਦ ਦੀਪਕ ਦੀਪਾਇਆ, ਜਿਵੇਂ ਸਾਧ ਸੰਗਤ ਜੀ ਦੀਵੇ ਤੋਂ ਹੋਰ ਦੀਵੇ ਕਿੰਨੇ ਹਜ਼ਾਰਾਂ ਹੀ ਦੀਵੇ ਬਾਲ ਕਰਕੇ ਪ੍ਰਕਾਸ਼ ਕਰੀਦਾ ਹੈ, ਤਿਵੇਂ ਜਿਨ੍ਹਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬ੍ਰਹਮ ਗਿਆਨ ਰੂਪੀ ਦੀਵੇ ਦਾ ਪ੍ਰਕਾਸ਼ ਹਿਰਦੇ ਅੰਦਰ ਬਖਸ਼ਿਸ਼ ਕੀਤਾ, ਉਹਨਾਂ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਐਸੀ ਦਾਤ ਪ੍ਰਾਪਤ ਕਰਕੇ ਹੋਰ ਅੱਗੇ ਸਿੱਖੀ ਦਾ ਪ੍ਰਚਾਰ ਕਰ ਕਰਕੇ ਸਾਧ ਸੰਗਤ ਜੀ ਹੋਰ ਵੀ ਸਿੱਖਾਂ ਸੇਵਕਾਂ ਦੇ ਭਾਵਨਾ ਵਾਲਿਆਂ ਪ੍ਰੇਮੀ ਜਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਸ਼ਬਦ ਦੀਪਕ ਦੀਪਾਇਆ, ਭਾਵ ਉਹਨਾਂ ਸਿੱਖਾਂ ਦੀ ਸੰਗਤ ਕਰਕੇ ਹਿਰਦਿਆਂ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਿਵੇਂ ਇੱਕ ਦੀਵੇ ਤੋਂ ਹੋਰ ਦੀਵੇ ਜਗਾ ਕੇ ਪ੍ਰਕਾਸ਼ ਕੀਤਾ ਜਾਂਦਾ ਹੈ, ਤਿਵੇਂ ਮਹਾਨ ਸਿੱਖਾਂ ਨੇ ਸਾਧ ਸੰਗਤ ਜੀ ਹੋਰ ਅੱਗੇ ਸਿੱਖੀ ਦਾ ਪ੍ਰਚਾਰ ਕਰ ਕਰਕੇ ਸ਼ਬਦ ਦਾ ਅਭਿਆਸ ਕਰ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਜੋ ਪ੍ਰਕਾਸ਼ ਸੀ ਨਾ ਗਿਆਨ ਦਾ ਹਿਰਦਿਆਂ ਵਿੱਚ ਕਰ ਦੇਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਸਿੱਖਾਂ ਨੇ ਇਹ ਸ਼੍ਰੋਮਣੀ ਸਿੱਖਿਆ ਨੂੰ ਸੰਗ੍ਰਹਿਓ ਵਿਸ਼ੇਸ਼ ਕਰਕੇ ਗ੍ਰਹਿਣ ਕੀਤਾ, ਵਿਸ਼ੇਸ਼ ਕਰਕੇ ਆਪਣੇ ਹਿਰਦੇ ਅੰਦਰ ਧਾਰਨ ਕੀਤਾ। ਉਹਨਾਂ ਨੂੰ ਤਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਮੇਲ ਦੇਣਾ ਕੀਤਾ ਹੈ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਸਿੱਖਾਂ ਨੇ ਵਿਸ਼ੇਸ਼ ਕਰਕੇ ਆਪ ਦੀ ਸਿੱਖਿਆ ਨੂੰ ਹਿਰਦੇ ਅੰਦਰ ਗ੍ਰਹਿਣ ਕਰ ਲਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਤਤ ਹਰ ਚਰਨ ਮਿਲਾਇਓ। ਤਤ ਪਾਲ ਭਾਵ ਉਸੇ ਸਮੇਂ ਹੀ ਮਹਾਰਾਜ ਆਪ ਜੀ ਨੇ ਉਹਨਾਂ ਸਿੱਖਾਂ ਨੂੰ ਪਰਮੇਸ਼ਰ ਦੇ ਨਾਲ ਮਿਲਾ ਦੇਣਾ ਕੀਤਾ। ਤਤ ਹਰ ਚਰਨ ਮਿਲਾਇਓ, ਤਦ ਉਸੇ ਸਮੇਂ ਮਹਾਰਾਜ ਹਰੀ ਚਰਨ ਪਰਮੇਸ਼ਰ ਦੇ ਨਾਮ ਰੂਪੀ ਚਰਨਾਂ ਦੇ ਨਾਲ ਆਪ ਜੀ ਨੇ ਉਹਨਾਂ ਦੀ ਸੁਰਤੀ ਬਿਰਤੀ ਮਿਲਾ ਦੇਣਾ ਕੀਤੀ ਹੈ। ਇਹ ਸੰਸਾਰਾਕਾਰ ਬਿਰਤੀ ਨੂੰ ਹਟਾ ਕੇ ਬ੍ਰਹਮਾਕਾਰ ਬਿਰਤੀ ਬਣਾ ਦੇਣਾ ਕੀਤੀ। ਉਹਨਾਂ ਗੁਰਸਿੱਖਾਂ ਤੇ ਐਸੀ ਮਹਾਨ ਆਪ ਜੀ ਨੇ ਕਿਰਪਾ ਕੀਤੀ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ ਸਿੱਖ ਦਾ ਅਸਲ ਵਿੱਚ ਅਰਥ ਹੀ ਇਹੋ ਹੈ ਕਿ ਸਿੱਖਿਆ ਧਾਰਨ ਕਰਨੀ। ਸਿੱਖਿਆ ਧਾਰਨ ਕਰਨ ਵਾਲੇ ਨੂੰ, ਸਿੱਖਿਆ ਗ੍ਰਹਿਣ ਕਰਨ ਵਾਲੇ ਨੂੰ, ਗੁਰੂ ਕੀ ਦੱਸੀ ਹੋਈ ਮਰਜ਼ਾਦਾ ਅਨੁਸਾਰ ਜੀਵਨ ਨਿਰਵਾਹ ਕਰਨ ਵਾਲੇ ਨੂੰ ਸਿੱਖ ਆਖਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਜਰਨੀ ਸਿੱਖ ਪੜ੍ਹਦੇ ਆ।
ਜੋ ਸਿੱਖ ਭਾਵਨਾ ਸਹਿਤ ਹੋ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨੀ ਪੈਂਦੇ ਆ, ਮਨ ਬਾਣੀ ਸਰੀਰ ਗੁਰੂ ਚਰਨਾਂ ਵਿੱਚ ਅਰਪਣ ਕਰ ਦਿੰਦੇ ਆ, ਆਪਾ ਭਾਵ ਅਭਾਵ ਕਰ ਦਿੰਦੇ ਹਨ, ਉਹ ਸਿੱਖ ਕਹਿੰਦੇ ਹਨ ਸਭ ਤੋਂ ਵੱਡਿਆਂ ਭਾਗਾਂ ਵਾਲੇ ਹੈ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਤ ਹਰ ਚਰਨ ਮਿਲਾਇਆ, ਤਤ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਉਹਨਾਂ ਨੂੰ ਮੇਲ ਦੇਣਾ ਕੀਤਾ। ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਚਰਨ ਉਹਨਾਂ ਦੇ ਹਿਰਦੇ ਅੰਦਰ ਵਸਾ ਦਿੱਤੇ ਹਨ। ਨਾਨਕ ਕੋਲ ਨਿਮਲ ਅਵਤਰਿਆ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣ ਨੇ ਜੋ ਆਕਾਰ ਰੂਪ ਦੇ ਵੀ ਸਾਧ ਸੰਗਤ ਜੀ ਪ੍ਰਗਟ ਹੋਣਾ ਕੀਤਾ ਹੈ। ਸਰਗੁਣ ਸਰੂਪ ਦੇ ਅੰਦਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼੍ਰੋਮਣੀ ਗੁਰਤਾ ਪਦਵੀ ਦੀ ਕੁਲ ਵਿੱਚ ਪ੍ਰਗਟ ਹੋਏ। ਅੰਗਦ ਲਹਿਣੇ ਸੰਗ ਹੋਆ। ਫੇਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਧਾਰਨ ਕੀਤੀ ਬਾਬਾ ਲਹਿਣਾ ਜੀ ਨੇ। ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਥਾਪਿਤ ਹੋਏ। ਗੁਰ ਅਮਰਦਾਸ ਤਾਰਨ ਤਰਨ। ਹੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਨ ਦੇ ਲਈ ਆਪ ਦੀ ਸਮਰੱਥ ਹੋ। ਤਾਰਨ ਤਰਨ ਜਗਤ ਅੰਦਰ ਜੀਵਾਂ ਦਾ ਪਾਰ ਉਤਾਰਾ ਕਰਨ ਦੀ ਮਹਾਰਾਜ ਆਪ ਜੀ ਦੀ ਹੀ ਸਮਰੱਥਾ ਹੈ। ਮਹਾਰਾਜ ਭਵ ਸਾਗਰ ਵਿੱਚ ਡੁੱਬਦਿਆਂ ਹੋਇਆਂ ਨੂੰ ਪਾਰ ਕਰਨ ਵਾਲੇ ਆਪ ਜੀ ਜਹਾਜ਼ ਰੂਪ ਹੋ। ਜਨਮ ਜਨਮ ਪਾਸ ਸਰਨ ਤੋਆ। ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਿਸ ਨੇ ਵੀ ਜਨਮ ਦੌਰਾਨ ਆਪ ਜੀ ਦੀ ਸ਼ਰਨ ਧਾਰਨ ਕਰ ਲਈ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਉਹਨਾਂ ਸਿੱਖਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ। ਮੁਕਤੀ ਰੂਪ ਕਿਨਾਰੇ ਤੇ ਮਹਾਰਾਜ ਆਪ ਜੀ ਲੈ ਗਏ ਹੋ। ਕਿਉਂਕਿ ਜਗਤ ਅੰਦਰ ਜਿਹੜਾ ਜਨਮ ਮਿਲਣਾ ਹੈ ਨਾ ਬੜਾ ਹੀ ਅਮੋਲਕ ਹੈ। ਜਨਮ ਜਨਮ ਪਾਸ ਸਰਨ ਤੋਆ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਨਮ ਜਨਮ ਪਾ ਕਰਕੇ ਪਤਾ ਨਹੀਂ ਕਿੰਨੇ ਕੁ ਜਨਮ ਇੱਕ ਇੱਕ ਜੂਨ ਦੇ ਵਿੱਚ ਪ੍ਰਾਪਤ ਕੀਤੇ ਸਨ। ਕਈ ਜਨਮ ਪਾਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਇਹਨਾਂ ਜੂਨਾਂ ਦੇ ਅੰਦਰ ਇੱਕ ਇੱਕ ਜੂਨ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਜਨਮ ਧਾਰਨ ਕੀਤੇ ਸਨ। ਜਨਮ ਜਨਮ ਪਾਸ ਸਰਨ ਤੋਆ। ਫਿਰ ਮਹਾਰਾਜ ਇਹ ਅਮੋਲਕ ਜੀਵਨ ਮਨੁੱਖਾ ਜਾਮੇ ਨੂੰ ਪਾ ਕੇ ਜਿਨ੍ਹਾਂ ਨੇ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰ ਲਈ, ਮਨ ਬਾਣੀ ਸਰੀਰ ਕਰਕੇ ਜੋ ਸਿੱਖ ਆਪ ਜੀ ਦੀ ਸ਼ਰਨ ਵਿੱਚ ਪੈ ਗਏ, ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਭਵ ਸਾਗਰ ਵਿੱਚ ਡੁੱਬਣ ਤੋਂ ਬਚਾ ਲਿਆ। ਆਪ ਜੀ ਨੇ ਮਹਾਰਾਜ ਜਹਾਜ਼ ਰੂਪ ਹੋ ਕਰਕੇ ਉਹਨਾਂ ਸਿੱਖਾਂ ਦਾ ਪਾਰ ਉਤਾਰਾ ਕਰ ਦਿੱਤਾ ਹੈ। ਜਪ ਤਪ ਸਤ ਸੰਤੋਖ। ਸਾਧ ਸੰਗਤ ਜੀ ਜਪ ਹੈ ਜਿਵੇਂ ਜਾਪ ਕਰਨਾ, ਭਾਵ ਰਸਨਾ ਦੇ ਦੁਆਰਾ ਜਿਵੇਂ ਜਾਪ ਕੀਤਾ ਜਾਂਦਾ ਹੈ। ਜਗਤ ਅੰਦਰ ਕੋਈ ਜੀਵ ਕਿਸੇ ਦੇਵੀ ਦੇਵਤੇ ਦਾ ਜਾਪ ਕਰਦਾ ਹੈ, ਕੋਈ ਕਿਸੇ ਤੋਂ ਜਾਪ ਲੈ ਕਰਕੇ ਜਾਪ ਕਰਦਾ, ਕੋਈ ਕਿਸੇ ਤੋਂ ਮੰਤਰ ਲੈ ਕਰਕੇ ਜਾਪ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੇ ਸਾਧ ਸੰਗਤ ਜੋ ਸਾਨੂੰ ਦੀਖਿਆ ਦਾਨ ਦੇ ਕਰਕੇ ਜਾਪ ਬਖਸ਼ਿਸ਼ ਕੀਤਾ। ਕਹਿੰਦੇ ਜਾਪ ਕਰਨਾ ਤਾਂ ਉਸ ਕਾਲ ਤੋਂ ਰਹਿਤ ਵਾਹਿਗੁਰੂ ਦੀ ਹਸਤੀ ਦਾ ਕਰੋ ਜੋ ਕਦੇ ਵੀ ਮਰਨ ਮੁੱਕਣ ਵਾਲੀ ਨਹੀਂ ਹੈ, ਜੋ ਕਦੇ ਵੀ ਉਹ ਸ਼ਕਤੀ ਸਾਧ ਸੰਗਤ ਜੀ ਜੂਨਾਂ ਵਿੱਚ ਪੈਣ ਵਾਲੀ ਨਹੀਂ ਹੈ। ਜਿਸ ਸ਼ਕਤੀ ਦੀ ਬਦੌਲਤ ਹੀ ਸਭ ਕੁਝ ਜਗਤ ਅੰਦਰ ਉਤਪੰਨ ਹੋਇਆ ਹੈ, ਉਸ ਪਰਮੇਸ਼ਰ ਦਾ ਜਾਪ ਕਰਨਾ ਚਾਹੀਦਾ ਹੈ। ਔਰ ਰਹਿਤਨਾਮਿਆਂ ਦੇ ਵਚਨ ਆਉਂਦੇ ਕਹਿੰਦਾ ਜਿਹੜਾ ਹੋਰ ਵਾਹਿਗੁਰੂ ਦੇ ਜਾਪ ਤੋਂ ਬਿਨਾਂ ਹੋਰ ਕਿਸੇ ਦਾ ਜਾਪ ਕਰਦਾ ਹੈ, ਉਹ ਜੀਵ ਫਿਰ ਨਰਕਾਂ ਦੇ ਸਾਧ ਸੰਗਤ ਜੀ ਅੱਗ ਦੇ ਵਿੱਚ ਪੈਣਾ ਪੈਂਦਾ ਉਸ ਜੀਵ ਨੂੰ। ਉਹ ਗੰਦਗੀ ਦਾ ਕੀੜਾ ਬਣਦਾ ਜੋ ਪਰਮੇਸ਼ਰ ਦਾ ਜਾਪ ਨਹੀਂ ਕਰਦਾ, ਹੋਰ ਦੁਨੀਆ ਦੇ ਜਾਪ ਹੀ ਕਰਦਾ ਰਹਿੰਦਾ। ਸੰਸਾਰ ਦੇ ਲੋਕਾਂ ਦੇ ਭੇਖ ਧਾਰੀਆਂ ਤੋਂ ਝੂਠਾ ਮੰਤਰ ਲੈ ਕਰਕੇ ਉਹ ਜਾਪ ਕਰਦਾ ਰਹਿੰਦਾ। ਸਾਧ ਸੰਗਤ ਜੀ ਕਿਉਂਕਿ ਸਾਡਾ ਸੁਭਾਅ ਹੈ ਕਿ ਜਿੱਥੇ ਜ਼ਿਆਦਾ ਗਿਣਤੀ ਦੇਖ ਲਈਦਾ, ਦੇਖਾ ਦਿਖਾਈ ਉੱਥੇ ਪੁੱਜ ਕਰਕੇ ਜਾਣਾ ਕਿ ਉੱਥੇ ਫਲਾਣੇ ਥਾਂ ਤੇ ਬਾਬਾ ਮੰਤਰ ਦਿੰਦਾ, ਉਹਦਾ ਜਾਪ ਕਰੀਏ ਤੇ ਬੜਾ ਹੀ ਲਾਹੇਵੰਦ ਹੁੰਦਾ, ਬਹੁਤ ਫਲੀਭੂਤ ਹੁੰਦਾ, ਬੜਾ ਲਾਭ ਮਿਲਦਾ। ਦੇਖਾ ਦਿਖਾਈ ਉੱਥੇ ਪੁੱਜ ਕਰਕੇ ਅਸੀਂ ਜਾਂਦੇ ਹਾਂ। ਕੋਈ ਕੰਨਾਂ ਵਿੱਚ ਮੰਤਰ ਦੇਈ ਜਾਂਦਾ, ਕੋਈ ਪਾਣੀ ਵਿੱਚ ਫੂਕਾ ਮਾਰ ਕੇ, ਕੋਈ ਪੁੜੀਆਂ ਵਿੱਚ ਬੰਨ੍ਹ ਕਰਕੇ ਦੇਈ ਜਾਂਦਾ, ਪਰ ਇਹ ਗੁਰੂ ਘਰ ਦੀ ਮਰਜ਼ਾਦਾ ਨਹੀਂ ਹੈ। ਸਾਧ ਸੰਗਤ ਜੀ ਜੇ ਇਹੋ ਹੀ ਮਰਜ਼ਾਦਾ ਹੁੰਦੀ
ਤੇ ਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਉਂ ਪਾਣੀ ਵਿੱਚ ਕਿਉਂ ਨਾ ਫੂਕਾਂ ਮਾਰ ਕੇ ਦਿੰਦੇ। ਸਤਿਗੁਰਾਂ ਨੇ ਨਾ ਤਾਂ ਕੰਨਾਂ ਵਿੱਚ ਮੰਤਰ ਦਿੱਤੇ ਹੈ, ਨਾ ਸਾਧ ਸੰਗਤ ਜੀ ਪਾਣੀ ਵਿੱਚ ਫੂਕਾਂ ਮਾਰ ਕੇ ਨਾਮ ਦੀ ਦਾਤ ਦਿੱਤੀ ਹੈ, ਨਾ ਹੀ ਪੁੜੀਆਂ ਵਿੱਚ ਬੰਨ੍ਹ ਕਰਕੇ ਮੰਤਰ ਦਿੱਤੇ ਕਿ ਸਿੱਖੋ ਇਹ ਜਾਪ ਕਰਿਆ ਕਰੋ। ਹਜੂਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਅੰਦਰ ਮੂਲ ਮੰਤਰ ਤੇ ਗੁਰਮੰਤਰ ਦ੍ਰਿੜ ਕਰਵਾਇਆ ਹੈ, ਖਾਲਸੇ ਦੀ ਸਿਰਜਣਾ ਕੀਤੀ ਹੈ। ਫਿਰ ਉਹ ਹੀ ਗੁਰੂ ਘਰ ਦੀ ਮਰਜ਼ਾਦਾ ਸਾਧ ਸੰਗਤ ਜੀ ਤੁਰੀ ਆ ਰਹੀ ਹੈ, ਜਿਵੇਂ ਸਤਿਗੁਰੂ ਜੀ ਨੇ ਆਪ ਪੰਜਾਂ ਪਿਆਰਿਆਂ ਦੀ ਖਾਲਸੇ ਦੀ ਸਿਰਜਣਾ ਕਰਨ ਸਮੇਂ ਮਰਜ਼ਾਦਾ ਨੂੰ ਕਾਇਮ ਕੀਤਾ ਸੀਗਾ। ਤੇ ਫਿਰ ਵੀ ਅਸੀਂ ਪਤਾ ਨਹੀਂ ਕਿਉਂ ਥਾਵਾਂ ਥਾਵਾਂ ਤੇ ਭਟਕਦੇ ਫਿਰਦੇ ਆ, ਜਿੱਥੋਂ ਮੈਨੂੰ ਕਿਤੋਂ ਪਤਾ ਲੱਗਦਾ ਜੀ ਬਾਬਾ ਬੜਾ ਕਲਾਵਾਨ, ਬੜਾ ਜਾਰੀ ਬਾਬਾ, ਉੱਥੇ ਜਾ ਕੇ ਤੇ ਪੁੱਜ ਕਰਕੇ ਉੱਥੋਂ ਕਹਿਣਾ ਜੀ ਅਸੀਂ ਨਾਮ ਦੀ ਦਾਨ ਉੱਥੋਂ ਲੈਣ ਲੱਗੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਮੱਧ ਬਖਸ਼ਣ। ਹਜੂਰ ਭੱਟ ਰਸਨਾ ਦੁਆਰਾ ਬਚਨ ਪੇ ਕਰਦੇ ਹਨ, ਜਪ ਤਪ ਸਤ ਸੰਤੋਖ। ਜਪ ਜਾਪ ਕਰਨਾ ਤੇ ਤਪ ਕਹਿੰਦੇ ਨੇ ਜਿਵੇਂ ਸਾਧ ਸੰਗਤ ਜੀ ਤਪਸਵੀ ਲੋਕ ਤਪ ਕਰਦੇ ਹੈ, ਸਰੀਰ ਦੇ ਉੱਪਰ ਘਾਲਣਾ ਘਾਲ ਕਰਕੇ ਹੱਠ ਕਰਨਾ, ਜਿਵੇਂ ਹੱਠ ਯੋਗ ਕਰਕੇ ਵੀ ਕੋਈ ਤਪ ਕਰਦਾ ਹੈ, ਜਾਂ ਫਿਰ ਧੂਣੀਆਂ ਤਾਕ ਕਰਕੇ ਵੀ ਕਈ ਤਪ ਕਰਦੇ ਹੈ। 4 ਧੂਣੀਆਂ ਤਾ ਲੈਣੀਆਂ ਜਦੋਂ ਸ਼ਿਖਰ ਦੁਪਹਿਰ ਲੱਗਣੀ ਗਰਮੀ ਦੀ ਰੁੱਤ ਦੇ ਵਿੱਚ, ਤੇ 5ਵੀਂ ਧੂਣੀ ਸਾਧ ਸੰਗਤ ਜੀ ਸੂਰਜ ਦੀ ਮਨ ਕਰਕੇ 5 ਧੂਣੀਆਂ ਤਾ ਕੇ ਤਪ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ ਜਪ ਤਪ ਸਤ। ਸਤ ਕੀ ਹੈ ਸਾਧ ਸੰਗਤ ਜੀ? ਜਿਹੜਾ ਸਤ ਰੱਖਣਾ, ਭਾਵ ਜਦ ਸਰ ਦੇ ਵਿੱਚ ਪਰਪੱਕ ਰਹਿਣਾ। ਸਤ ਸੀਲ ਸੁਭਾਅ ਨੂੰ ਵੀ ਆਖਿਆ ਜਾਂਦਾ ਹੈ, ਨਿਮਰਤਾਵਾਨ ਹੋ ਕਰਕੇ ਰਹਿਣਾ। ਤੇ ਸੰਤੋਖ ਜੋ ਅਕਾਲ ਪੁਰਖ ਪਰਮੇਸ਼ਰ ਨੇ ਦਾਤ ਬਖਸ਼ਿਸ਼ ਕੀਤੀ ਹੈ ਨਾ, ਜੋ ਵਾਹਿਗੁਰੂ ਨੇ ਕਰਮਾਂ ਅਨੁਸਾਰ ਧਨ ਪਦਾਰਥ ਬਖਸ਼ੇ ਹੈ, ਉਹਦੇ ਅੰਦਰ ਹੀ ਸਾਧ ਸੰਗਤ ਜੀ ਪਰਮੇਸ਼ਰ ਦਾ ਧੰਨਵਾਦ ਕਰਨਾ, ਉਹ ਦਾਤ ਪ੍ਰਾਪਤ ਕਰਕੇ ਤੇ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ। ਕਦੇ ਵਾਹਿਗੁਰੂ ਦੇ ਤਾਈਂ ਇਹ ਸਾਧ ਸੰਗਤ ਜੀ ਕੋਈ ਕਾਣ ਕਨੌਟ ਨਹੀਂ ਕਰਨੀ। ਸੰਤੋਖ, ਜੇ ਸੰਤੋਖ ਨੂੰ ਧਾਰਨ ਕਰਨੇ ਕਰਕੇ ਸਾਧ ਸੰਗਤ ਜੀ ਮਹਾਨ ਜੀਵ ਨੂੰ ਸੁਖ ਪ੍ਰਾਪਤ ਹੁੰਦਾ ਹੈ, ਪਰਮ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਸ ਸੰਤੋਖ ਦੇ ਪ੍ਰਥਾਏ ਵਚਨ ਆਉਂਦੇ ਹੈ, ਕਹਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲਿਵ ਜੁੜ ਜਾਂਦੀ ਜੀਵ ਦੀ, ਜੇ ਹਿਰਦੇ ਅੰਦਰ ਸੰਤੋਖ ਹੋਵੇ ਤਾਂ। ਕਿਉਂਕਿ ਬਿਨਾਂ ਸੰਤੋਖ ਨਹੀਂ ਕੋ ਰਾਜੈ। ਸਬਰ ਸੰਤੋਖ ਤੋਂ ਬਿਨਾਂ ਕਦੇ ਕੋਈ ਜੀਵ ਰਾਜ ਨਹੀਂ ਸਕਦਾ। ਜਿੰਨੀ ਦੇਰ ਤੱਕ ਅੰਦਰ ਦੀ ਭੁੱਖ ਨਹੀਂ ਮਿਟਦੀ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਭਾਵੇਂ 3 ਪੁਰੀਆਂ ਦਾ ਸਾਜੋ ਸਮਾਨ ਸਾਰੀ ਸ੍ਰਿਸ਼ਟੀ ਦਾ ਭਾਰ ਬੰਨ ਕਰਕੇ ਦੇ ਦੇਵੋ, ਫਿਰ ਵੀ ਉਹ ਬੰਦਾ ਨਹੀਂ ਕਹੇਗਾ ਕਿ ਮੈਂ ਰੱਜ ਗਿਆ ਹਾਂ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਵਚਨ ਕਰਦੇ ਐਸੇ ਜਿਹੜੇ ਸ਼ੁਭ ਗੁਣ ਹਨ, ਜਪ ਤਪ ਸਤ ਸੰਤੋਖ। ਸਿੱਖ ਦਰਸ਼ਨ ਗੁਰ ਸਿੱਖ ਹੈ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਕਰਨੇ ਕਰਕੇ ਹੀ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਪੇਖ ਦਰਸ਼ਨ ਗੁਰ ਸਿੱਖ ਹੈ। ਜੋ ਸਿੱਖ ਆਪ ਜੀ ਦੇ ਦਰਸ਼ਨ ਕਰ ਲੈਂਦੇ ਆ ਨਾ, ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਸਿੱਖਾਂ ਨੂੰ ਐਸੀ ਮਹਾਨ ਸ਼ੁਭ ਗੁਣਾਂ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਿੱਖਾਂ ਦੇ ਹਿਰਦੇ ਅੰਦਰ ਸਬਰ ਸੰਤੋਖ ਪ੍ਰਾਪਤ ਹੋ ਜਾਣਾ ਕਰਦਾ ਹੈ। ਜੋ ਮਹਾਰਾਜ ਸੱਚੇ ਪਾਤਸ਼ਾਹ ਭਾਵਨਾ ਦੇ ਸਹਿਤ ਆਪ ਜੀ ਦੇ ਦਰਸ਼ਨ ਕਰ ਲੈਂਦੇ ਹਨ। ਸਰਨ ਪਰ ਹੈ ਤੇ ਉੱਪਰ ਹੈ। ਜੋ ਸਿੱਖ ਮਹਾਰਾਜ ਆਪ ਜੀ ਦੀ ਸ਼ਰਨ ਦੇ ਵਿੱਚ ਪਏ ਹੈ ਨਾ, ਆਪਾ ਭਾਵ ਅਭਾਵ ਕਰਕੇ ਤੇ ਉਬਰ ਹੈ, ਉਹ ਉਬਰ ਗਏ, ਭਾਵ ਭਵ ਸਾਗਰ ਤੋਂ ਪਾਰ ਹੋ ਗਏ ਨੇ। ਦੁਬਾਰਾ ਉਹਨਾਂ ਨੂੰ ਬਾਰ-ਬਾਰ ਜਗਤ ਅੰਦਰ ਜਨਮ ਨਹੀਂ ਧਾਰਨ ਕਰਨਾ ਪਿਆ। ਛੋੜ ਜਮਪੁਰ ਕੀ ਲਿਖ ਹੈ। ਕਿਉਂਕਿ ਉਹਨਾਂ ਦੇ ਜਮਾਂ ਦੇ ਵਸ ਪੈਣ ਦੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਲਿਖਤ ਹੀ ਮਿਟਾ ਦਿੱਤੀ ਹੈ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਐਸੀ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਆਪ ਜੀ ਦੀ ਮਹਾਨ ਐਸੀ ਉੱਚੀ ਤੇ ਸੁੱਚੀ ਵਡਿਆਈ ਹੈ। ਮਹਾਰਾਜ ਨਿਰਮਲ ਆਪ ਜੀ ਦਾ ਜਸ ਹੈ। ਜਿਨ੍ਹਾਂ ਸਿੱਖਾਂ ਨੇ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ, ਛੋੜ ਜਮਪੁਰ ਕੀ ਲਿਖ ਹੈ। ਉਹ ਸੰਸਾਰ ਦੇ ਅੰਦਰ ਜਿਹੜੇ ਜਿਤਨੇ ਵੀ ਕਮਾਏ ਹੋਏ ਉਹਨਾਂ ਦੇ ਕਰਮ ਸਨ। ਕਿਉਂਕਿ ਹਰ ਇੱਕ ਕਰਮ ਜੀਵ ਦਾ ਪੁੱਟਿਆ ਹੋਇਆ ਕਦਮ ਕਦਮ ਸਾਧ ਸੰਗਤ ਜੀ ਲੇਖੇ ਵਿੱਚ ਪੈਂਦਾ ਹੈ। ਜੀਵ ਕਦਮ ਪੁੱਟਦਾ ਉਹ ਵੀ ਲੇਖੇ ਵਿੱਚ ਹੈ, ਸਾਹ ਲੈਂਦਾ ਉਹ ਵੀ ਲੇਖੇ ਵਿੱਚ ਹੈ।
ਸੰਸਾਰ ਦੇ ਧਨ ਪਦਾਰਥਾਂ ਨੂੰ ਖਾਂਦਾ ਪਹਿਨਦਾ ਭੋਗਦਾ, ਇਹ ਸਭ ਕੁਝ ਸਾਧ ਸੰਗਤ ਜੀ ਲੇਖੇ ਦੇ ਵਿੱਚ ਹੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਿੱਖ ਭਾਵਨਾ ਦੇ ਨਾਲ ਆਪ ਜੀ ਦੀ ਸ਼ਰਨ ਧਾਰਨ ਕਰ ਲੈਂਦੇ ਹੈ, ਛੋਟ ਜੰਮਪੁਰ ਕੀ ਲਿਖ ਹੈ। ਜੰਮਪੁਰੀ ਵਿੱਚ ਜਾਣ ਦੀ ਉਹਨਾਂ ਦੀ ਲਿਖਤ ਹੀ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਮਿਟਾ ਦੇਣ ਵਾਲੇ ਹੋ। ਆਪ ਜੀ ਮਹਾਰਾਜ ਜਾਮਾਂ ਤੋਂ ਖੈੜਾ ਛੁਡਾਉਣ ਵਾਲੇ ਹੋ। ਭਗਤ ਭਾਏ ਭਰਪੂਰ ਜੋ ਪ੍ਰੇਮਾ ਭਗਤੀ ਦੀ ਦਾਤ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਆਪਣੇ ਸਿੱਖਾਂ ਦੇ ਹਿਰਦਿਆਂ ਵਿੱਚ ਭਰੀਪੂਰ ਲੱਭਾ ਲੱਭ ਭਰ ਦੇਣਾ ਕੀਤੀ ਹੈ। ਜਿਵੇਂ ਆਪ ਮਹਾਰਾਜ ਸ਼ੁਭ ਗੁਣਾਂ ਦੇ ਸਹਿਤ ਪ੍ਰੇਮਾ ਭਗਤੀ ਦੀ ਸਹਿਤ ਲੱਭਾ ਲੱਭ ਭਰੇ ਹੋਏ ਹੋ, ਤਿਵੇਂ ਮਹਾਰਾਜ ਆਪ ਆਪਣੇ ਸਿੱਖਾਂ ਦੇ ਹਿਰਦਿਆਂ ਅੰਦਰ ਵੀ ਲੱਭਾ ਲੱਭ ਪ੍ਰੇਮਾ ਭਗਤੀ ਨੂੰ ਭਰਨ ਵਾਲੇ ਹੋ। ਮਹਾਰਾਜ ਸੱਚੇ ਪਾਤਸ਼ਾਹ ਹਿਰਦੈ ਹਿਰਦੇ ਕਰਕੇ ਆਪ ਜੀ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ ਹੋ। ਹਿਰਦੈ ਉਚਰੈ ਕਰਤਾਰੈ, ਤੇ ਸਾਰੀ ਸ੍ਰਿਸ਼ਟੀ ਦੀ ਵਾਗਡੋਰ ਜਿਸ ਪਰਮੇਸ਼ਰ ਦੇ ਹੱਥਾਂ ਵਿੱਚ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਹਾਰਾਜ ਆਪ ਜੀ ਦੇ ਸਿੱਖ ਹਿਰਦਿਓਂ ਹੋ ਕਰਕੇ ਉਚਾਰਨ ਕਰਦੇ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਆਪ ਜੀ ਨੇ ਭਾਏ ਭਗਤੀ ਦਾਤ ਬਖਸ਼ੀ ਹੈ। ਭਾਵ ਜਿਨ੍ਹਾਂ ਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮ ਤੇ ਮਹਾਰਾਜ ਨਾਮ ਆਪ ਜੀ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਪ੍ਰੇਮ ਤੋਂ ਬਿਨਾ ਐਵੇਂ ਬੱਧਾ ਚੱਟੇ ਵੀ ਭਰਨੇ, ਉਹ ਪੂਰਾ ਪੂਰਾ ਲਾਭ ਨਹੀਂ ਜੀਵ ਨੂੰ ਪ੍ਰਾਪਤ ਹੁੰਦਾ। ਜਿੱਥੇ ਪਰਮੇਸ਼ਰ ਦਾ ਸਿਮਰਨ ਕਰਨਾ ਹੈ, ਉੱਥੇ ਨਾਲ ਨਾਲ ਹਿਰਦੇ ਵੀ ਪ੍ਰੇਮ ਹੋਣਾ ਵੀ ਅਤਿਅੰਤ ਜ਼ਰੂਰੀ ਹੈ। ਸ਼ਰਧਾ ਭਾਵਨਾ ਹੋਣੀ ਵੀ ਅਤਿਸ਼ੇ ਕਰਕੇ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਭਗਤ ਪਾਏ ਭਰਪੂਰ ਹਿਰਦੈ ਉਚਰੈ ਕਰਤਾਰੈ। ਇਹ ਮਹਾਰਾਜ ਆਪ ਦੇ ਸਿੱਖ ਵੀ ਮਹਾਨ ਹਨ, ਜਿਨ੍ਹਾਂ ਨੇ ਭਾਵਨਾ ਸਹਿਤ ਸਤਿਗੁਰੂ ਜੀ ਆਪ ਜੀ ਤੋਂ ਭਾਵ ਭਗਤੀ ਦੀ ਦਾਤ ਪ੍ਰਾਪਤ ਕੀਤੀ ਹੈ ਔਰ ਪਰਮੇਸ਼ਰ ਦੇ ਗੁਣਾਂ ਨੂੰ ਪ੍ਰੇਮ ਸਹਿਤ ਉਚਾਰਦੇ ਹਨ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ। ਫੇਰ ਪੜੋ। ਗੁਰ ਗਾਹਰ ਦਰਿਆਓ। ਹੇ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਗੁਰ ਗੌਹਰ ਦਰਿਆਓ। ਇਹ ਭਵ ਸਾਗਰ ਜਿਹੜਾ ਹੈ ਨਾ, ਸੰਸਾਰ ਰੂਪੀ ਸਮੁੰਦਰ ਹੈ, ਇਹਦੇ ਤੋਂ ਪਾਰ ਹੋਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਜਗਤ ਅੰਦਰ ਜੋ ਬੋਹਿਤ ਜਹਾਜ਼ ਰੂਪ ਹੋ ਕਰਕੇ ਪ੍ਰਗਟ ਹੋਣਾ ਕੀਤਾ। हे ਮਹਾਰਾਜ ਗੌਹਰ ਆਪ ਜੀ ਬੜੇ ਡੂੰਘਾਈ ਵਾਲੇ ਐਸੇ ਵਿਸ਼ਾਲ ਆਪ ਜੀ ਦਾ ਸਰੂਪ ਹੈ। ਜਿਨ੍ਹਾਂ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵਨਾ ਸਹਿਤ ਆਪ ਜੀ ਦੀ ਸਿੱਖੀ ਨੂੰ ਧਾਰਨ ਕੀਤਾ ਹੈ, ਆਪਣੇ ਜੀਵਨ ਦੀ ਵੀ ਸਿੱਖੀ ਨੂੰ ਕਮਾਇਆ ਹੈ। ਪਲਕ ਡੁਬੰਤੇ ਅਹਤਾਰੈ, ਉਹਨਾਂ ਡੁੱਬਦਿਆਂ ਹੋਇਆਂ ਨੂੰ ਆਪ ਨੇ ਪਲਕ ਮਾਤਰ ਸਮੇਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਰ ਦਿੱਤਾ ਹੈ, ਭਵ ਸਾਗਰ ਤੋਂ ਪਾਰ ਕਰ ਦਿੱਤਾ ਹੈ। ਜਿਨ੍ਹਾਂ ਸਿੱਖਾਂ ਨੇ ਆਪ ਜੀ ਦੀ ਸਿੱਖੀ ਨੂੰ ਕਮਾਇਆ ਹੈ ਔਰ ਹਜੂਰ ਵਚਨ ਕਰਦੇ ਨੇ ਭੱਟ ਰਸਨਾ ਦੁਆਰਾ, ਗੁਰ ਗੌਹਰ ਦਰਿਆਓ ਪਲਕ ਡੁਬੰਤੇ ਅਹਤਾਰੈ। ਮਹਾਰਾਜ ਸੰਸਾਰ ਰੂਪੀ ਸਮੁੰਦਰ ਵੀ ਬੜਾ ਗਹਿਰਾ ਹੈ, ਇਹਦੀ ਕੋਈ ਮਹਾਰਾਜ ਸੱਚੇ ਪਾਤਸ਼ਾਹ ਉਚਾਈ ਦਾ ਡੂੰਘਾਈ ਦਾ ਮਹਾਰਾਜ ਚੌੜਾਈ ਦਾ ਇਹਦਾ ਕੋਈ ਅੰਤ ਪਾਇਆ ਹੀ ਨਹੀਂ ਜਾ ਸਕਦਾ। ਕਿੰਨਾ ਵਿਸ਼ਾਲ ਸੰਸਾਰ ਸਮੁੰਦਰ ਆਪ ਜੀ ਨੇ ਬਣਾਇਆ, ਕਿੰਨਾ ਗਹਿਰਾ ਹੈ। ਫਿਰ ਤਮਾਮ ਪੈਦਾ ਕੀਤੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਦਰ ਜੀਵ ਹਨ, ਚਾਰ ਖਾਣੀਆਂ ਵਿੱਚ ਰੰਗਾਂ ਰੰਗਾਂ ਦੇ ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਜਿਨ੍ਹਾਂ ਦਾ ਕਦੇ ਅੰਤ ਹੀ ਨਹੀਂ ਪਾਇਆ ਜਾ ਸਕਦਾ। ਇਹ ਮਹਾਰਾਜ ਇਹਨਾਂ ਜੀਵਾਂ ਦੇ ਵਿੱਚੋਂ ਜਿਸ ਦੇ ਆਪ ਜੀ ਦੀ ਕਿਰਪਾ ਹੋ ਜਾਂਦੀ ਹੈ, ਜਿਸ ਜੀਵ ਨੂੰ ਭਵ ਸਾਗਰ ਤੋਂ ਪਾਰ ਕਰਨਾ ਚਾਹੋ, ਪਲਕ ਮਾਤਰ ਸਮੇਂ ਵਿੱਚ ਇੱਕ ਪਲ ਦੇ ਅੰਦਰ ਹੀ ਮਹਾਰਾਜ ਉਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦੇਣ ਵਾਲੇ ਹੋ। ਨਾਨਕ ਕੋਲ ਨਿਮਨ ਅਵਤਰਿਆ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਾਧ ਸੰਗਤ ਜੀ ਸ਼੍ਰੋਮਣੀ ਗੁਰਤਾ ਪਦਵੀ ਦੇ ਕੁਲ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ। ਜਿਨ੍ਹਾਂ ਨੇ ਕਰਤਾਰ ਪਰਮੇਸ਼ਰ ਵਾਹਿਗੁਰੂ ਦੇ ਹੀ ਗੁਣਾਂ ਨੂੰ ਉਚਾਰਨ ਕੀਤਾ ਹੈ, ਸੰਸਾਰ ਦੇ ਅੰਦਰ ਕਿਸੇ ਦੇ ਅਧੀਨਗੀ ਨਹੀਂ ਕਬੂਲਣਾ ਕੀਤੀ, ਕੇਵਲ ਸਤਨਾਮ ਦਾ ਨਾਰਾ ਲਗਾਇਆ, ਸਤਨਾਮ ਪੜ੍ਹ ਮੰਤਰ ਸੁਣਾਇਆ ਜਗਤ ਦੇ ਅੰਦਰ। ਫਿਰ ਇੱਕ ਪਰਮੇਸ਼ਰ ਦਾ ਸੱਚਾ ਨਾਮ ਹੀ ਜਗਤ ਦੇ ਜੀਵਾਂ ਨੂੰ ਦ੍ਰਿੜ ਕਰਵਾਉਣਾ ਕੀਤਾ। ਆਪਣਾ ਨਾਮ ਨਹੀਂ ਜਪਾਇਆ, ਨਾ ਹੋਰ ਕਿਸੇ ਦੀ ਸੰਸਾਰ ਦੇ ਅੰਦਰ ਸਿਫਤ ਗਾਈ,
ਕੇਵਲ ਕਾਲ ਤੋਂ ਰਹਿਤ ਹਸਤੀ ਪਰਮੇਸ਼ਰ ਦੇ ਹੀ ਗੁਣ ਉਚਾਰਨ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਣ ਕਰਤਾਰ ਹੈ ਉਚਰੈ। ਆਪ ਜੀ ਨੇ ਕਰਤਾਰ ਦੇ ਹੀ ਗੁਣ ਉਚਾਰੇ ਹਨ। ਗੁਰ ਅਮਰਦਾਸ ਜਿਨ ਸੇਵਿਆ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਜਿਨ੍ਹਾਂ ਨੇ ਸੇਵਾ ਕਰ ਲਈ ਹੈ। ਤੈਨ ਦੁਖ ਦਰਿਦਰ ਪਰ ਹਰ ਪਰੈ। ਉਹਨਾਂ ਸਿੱਖਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੰਮਣ ਮਰਨ ਦੇ ਦੁੱਖ, ਅਗਿਆਨ ਦੇ ਦੁੱਖ ਤੇ ਦਲਿੱਦਰ ਜਨਮਾਂ ਜਨਮਾਂਤਰਾਂ ਦੀ ਕੰਗਾਲਤਾ ਪਰ ਹਰ ਪਰੈ ਵਿਸ਼ੇਸ਼ ਕਰਕੇ ਨਾਸ਼ ਕਰ ਦਿੱਤੀ ਹੈ। ਪਰ ਹਰ ਪਰੈ ਤੇ ਇਹਨਾਂ ਸੰਸਾਰ ਦੇ ਪਾਪ ਕਰਮਾਂ ਤੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਪਰੇ ਕਰ ਦਿੱਤਾ ਹੈ। ਪਰ ਹਰ ਵਿਸ਼ੇਸ਼ ਕਰਕੇ ਨਾਸ਼ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਨੇ ਇਹਨਾਂ ਤੋਂ ਦੂਰ ਕਰ ਦੇਣਾ ਕੀਤਾ ਹੈ। ਜਿਨ੍ਹਾਂ ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤੀ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨਣ ਰੂਪ ਸੇਵਾ ਨੂੰ ਕਮਾ ਲਿਆ, ਤਿੰਨ ਦੁੱਖ ਦਰਿਦਰ ਪਰ ਹਰ ਪਰੈ। ਕਹਿੰਦੇ ਵਿਸ਼ੇਸ਼ ਕਰਕੇ ਉਹਨਾਂ ਦੇ ਜਨਮਾਂ ਜਨਮਾਂਤਰਾਂ ਦੀ ਕੰਗਾਲਤਾ, ਪ੍ਰਤੱਖ ਦਲਿੱਦਰ ਆਰਸ ਵੀ ਸਤਿਗੁਰੂ ਜੀ ਨੇ ਦੂਰ ਕਰ ਦਿੱਤਾ ਹੈ। ਜੰਮਣ ਮਰਨ ਦਾ 84 ਦੇ ਗੇੜੇ ਵਿੱਚ ਪੈਣੇ ਦਾ ਦੁੱਖ ਵੀ ਸਤਿਗੁਰਾਂ ਨੇ ਦੂਰ ਕਰ ਦਿੱਤਾ ਹੈ। ਚਿਤ ਚਿਤ ਲੋ ਅਰਦਾਸ। ਫਿਰ ਚਿਤ ਚਿਤ ਲੋ ਅਰਦਾਸ। ਕਹੋ ਤੇ ਵਿਸਰਾਮ। ਚਿਤ ਚਿਤ ਲੋ ਅਰਦਾਸ ਕਹੋ। ਹੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪਣੇ ਚਿੱਤ ਦੇ ਵਿੱਚ ਅਸੀਂ ਬਾਰ-ਬਾਰ ਚਿਤਵਦੇ ਰਹਿੰਦੇ ਹਾਂ। ਚਿਤ ਚਿਤਵ ਅਰਦਾਸ ਕਹੋ ਪਰ ਕਹਿ ਭੇ ਨਾ ਸਕੋ। ਹੇ ਮਹਾਰਾਜ ਸੱਚੇ ਪਾਤਸ਼ਾਹ ਕਹਿਣੇ ਨੂੰ ਹਰ ਸਮੇਂ ਬਾਰ-ਬਾਰ ਅਸੀਂ ਚਿਤਵਦੇ ਰਹਿੰਦੇ ਹਾਂ। ਚਿਤ ਚਿਤਵ ਅਰਦਾਸ ਆਪਣੇ ਚਿੱਤ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਇਹ ਬੇਨਤੀ ਕਰਨ ਦੇ ਵਾਸਤੇ ਹਰ ਸਮੇਂ ਅਸੀਂ ਚਿਤਵਦੇ ਰਹਿੰਦੇ ਹਾਂ, ਹਰ ਸਮੇਂ ਚਿੰਤਨ ਕਰਦੇ ਰਹਿੰਦੇ ਹਾਂ। ਹਰ ਕਹਿ ਭੇ ਨਾ ਸਕੋ। ਹੇ ਮਹਾਰਾਜ ਸੱਚੇ ਪਾਤਸ਼ਾਹ ਪਰ ਆਪ ਜੀ ਦਾ ਐਸਾ ਤੇਜ ਪ੍ਰਤਾਪ ਹੈ, ਐਸਾ ਆਪ ਜੀ ਦਾ ਜਲਾਲ ਹੈ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਨਹੀਂ ਸਕਦੇ। ਅਥਵਾ ਹਜੂਰ ਕਹਿੰਦੇ ਨੇ ਚਿਤ ਚਿਤਵ ਅਰਦਾਸ ਕਹੋ ਪਰ ਕਹਿ ਭੇ ਨਾ ਸਕੋ। ਮਹਾਰਾਜ ਚਿੱਤ ਦਾ ਸਾਡਾ ਕਰਦਾ ਹੈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨੇ ਨੂੰ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਅੰਦਰ ਦੀ ਜੋ ਭਾਵਨਾ ਹੈ ਆਪ ਜੀ ਦੇ ਸਾਹਮਣੇ ਪ੍ਰਤੱਖ ਪ੍ਰਗਟ ਕਰਨੇ ਨੂੰ, ਜ਼ਾਹਰ ਕਰਨੇ ਨੂੰ, ਪਰ ਕਹਿ ਭੇ ਨਾ ਸਕੋ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਆਖ ਨਹੀਂ ਸਕਦੇ, ਐਸਾ ਆਪ ਜੀ ਦਾ ਪ੍ਰਤਾਪ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਨਮੁਖ ਹੋ ਕਰਕੇ ਸਾਡੇ ਤੋਂ ਬੇਨਤੀ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਹੀਂ ਕੀਤੀ ਜਾਂਦੀ। ਚਿਤ ਚਿਤਵ ਅਰਦਾਸ ਕਹੋ ਪਰ ਕਹਿ ਭੇ ਨਾ ਸਕੋ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਿੱਖ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹੈ, ਉਹਨਾਂ ਦੇ ਤਾਈਂ ਦੇਖ ਕਰਕੇ ਸਾਡੇ ਮਨ ਦੇ ਵਿੱਚ ਵੀ ਮਹਾਰਾਜ ਦੀ ਚਿਤਵਨੀ ਆਉਂਦੀ ਹੈ। ਸਾਡਾ ਮਨ ਵੀ ਮਹਾਰਾਜ ਦੇ ਚਿੰਤਨ ਕਰਦਾ ਕਿ ਆਪ ਦੇ ਚਰਨਾਂ ਵਿੱਚ ਬੇਨਤੀ ਕਰੀਏ। ਸਰਬ ਕਿੰਤ ਤੁਝ ਪਾਸ। ਹੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸੰਸਾਰ ਦੇ ਹੋਰ ਮਹਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਸੇਵਕ ਹੈ, ਉਹ ਹਰ ਪ੍ਰਕਾਰ ਜਿੰਨੀਆਂ ਵੀ ਮਨ ਦੀਆਂ ਚਿੰਤਾਵਾਂ ਨੇ, ਜਿੰਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਚਿੰਤਾ ਕਰਕੇ ਦੁੱਖ ਲੱਗੇ ਹੋਏ, ਸਭ ਤੁਹਾਡੇ ਪਾਸ ਹੀ ਆ ਕਰਕੇ ਬੇਨਤੀਆਂ ਕਰਦੇ ਹੈ। ਸਰਬ ਚਿੰਤ ਤੁਧ ਪਾਸ। ਹੇ ਮਹਾਰਾਜ ਸਭ ਚਿੰਤਾਵਾਂ ਵਾੜੇ ਚਿੰਤਾ ਦੇ ਸਹਿਤ ਹੋ ਕਰਕੇ ਦੁਖੀ ਹੋ ਕਰਕੇ ਦੁਖਿਆਰੇ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਹੀ ਬੇਨਤੀਆਂ ਕਰਦੇ ਹਨ। ਸਾਧ ਸੰਗਤ ਹਾਉ ਤੱਕਾ। ਤੁਹਾਡੀ ਪਿਆਰੀ ਸਾਧ ਸੰਗਤ ਨੂੰ ਅਸਾਂ ਨੇ ਤੱਕਣਾ ਕੀਤਾ ਹੈ। ਹੇ ਮਹਾਰਾਜ ਸਾਧ ਸੰਗਤ ਹਾਉ ਤੱਕਾ। ਮਹਾਰਾਜ ਇਹ ਅਸੀਂ ਤੱਕਿਆ ਵਿਸ਼ੇਸ਼ ਕਰਕੇ ਡਿੱਠਾ ਹੈ ਕਿ ਦੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਹੈ ਤੁਹਾਡੇ ਚਰਨਾਂ ਵਿੱਚ ਹੀ ਅਰਦਾਸ ਕਰਦਾ ਹੈ। ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਹੈ ਮਹਾਰਾਜ, ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਕੋਈ ਇੱਛਾ ਹੈ, ਕਿਸੇ ਵੀ ਪ੍ਰਕਾਰ ਦੀ ਕੋਈ ਆਸਾ ਹੈ, ਆਪ ਜੀ ਦੇ ਚਰਨਾਂ ਵਿੱਚ ਆ ਕੇ ਹੀ ਅਰਦਾਸ ਕਰਦਾ ਹੈ। ਸਾਧ ਸੰਗਤ ਹਾਉ ਤੱਕੋ। ਮਹਾਰਾਜ ਆਪ ਦੀ ਸੰਗਤ ਨੂੰ ਅਸਾਂ ਨੇ ਦੇਖਿਆ ਹੈ। ਤੇਰੇ ਹੁਕਮ ਪਵੈ ਨਿਸ਼ਾਨ। ਹੇ ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਅਸੀਂ ਵੀ ਦੋਨੋਂ ਹੱਥ ਜੋੜ ਕਰਕੇ ਬੇਨਤੀਆਂ ਕਰਦੇ ਹਾਂ, ਤੇਰਾ ਹੁਕਮ ਪਵੈ ਨਿਸ਼ਾਨ। ਜੇ ਆਪ ਜੀ ਦਾ ਹੁਕਮ ਹੋ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕਰਮਾਂ ਦੇ ਵਿੱਚ ਨਾਮ ਜਪਣ ਦੀ ਨਿਸ਼ਾਨ ਮੋਹਰ ਲੱਗ ਸਕਦੀ ਹੈ।
ਜੇ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਹੋ ਜਾਵੇ, ਜੇ ਮਹਾਰਾਜ ਪਹਿਲਾਂ ਸਾਡੇ ਕਰਮਾਂ ਵਿੱਚ ਨਹੀਂ ਤੇ ਮਹਾਰਾਜ ਹੁਣ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਗਰੀਬ ਨਵਾਜ ਤੇਰਾ ਹੁਕਮ ਪਵੈ ਨਿਸ਼ਾਨ, ਜੇ ਆਪ ਜੀ ਦਾ ਹੁਕਮ ਹੋ ਜਾਵੇ, ਤੁਹਾਡੀ ਆਗਿਆ ਹੋ ਜਾਵੇ, ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਵਚਨ ਕਰ ਦੇਵੋ, ਤਾਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਸਤਕ ਦਾ ਲਲਾਟ ਰੂਪੀ ਨਿਸ਼ਾਨ ਲੱਗ ਸਕਦਾ ਹੈ। ਸ਼ੁਭ ਕਰਮਾਂ ਰੂਪੀ ਮਹਾਰਾਜ ਸਾਡੇ ਨਿਸ਼ਾਨ ਲੱਗ ਜਾਵੇਗਾ। ਆਓ ਕਰੋ ਸਾਹਿਬ ਕੀ ਸੇਵਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਮਾਲਕ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਅਸੀਂ ਵੀ ਕਰ ਸਕਾਂਗੇ। ਤਾਂ ਉਹ ਕਰੋ ਸਾਹਿਬ ਕੀ ਸੇਵਾ, ਤਾਂ ਹੀ ਪਰਮੇਸ਼ਰ ਦੀ ਭਗਤੀ ਰੂਪ ਸਿਮਰਨ ਰੂਪ ਸੇਵਾ ਕਰਨੇ ਦੇ ਯੋਗ ਹੋਵਾਂਗੇ। ਜੇ ਸਤਿਗੁਰੂ ਜੀ ਆਪ ਜੀ ਕਿਰਪਾ ਕਰ ਦੇਵੋ ਤਾਂ ਇਹ ਮਹਾਰਾਜ ਇੱਕ ਵਾਰ ਆਪ ਜੀ ਹੁਕਮ ਕਰ ਦੇਵੋ, ਇਹ ਵਚਨ ਕਰ ਦੇਵੋ, ਮਹਾਰਾਜ ਸਾਡੇ ਜੇ ਕਰਮਾਂ ਦੇ ਵਿੱਚ ਵੀ ਦਾਤ ਨਹੀਂ ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪ੍ਰਾਪਤ ਹੋ ਜਾਵੇਗੀ, ਕਿਉਂਕਿ ਆਪ ਜੀ ਨਿਰੰਕਾਰ ਦਾ ਸਰੂਪ ਹੋ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬਹੁਤੇ ਕਰਮਾਂ ਨੂੰ ਥੋੜੇ ਵਿੱਚ ਭੁਗਤਾਉਣ ਦੀ ਸਮਰੱਥਾ ਰੱਖਣ ਵਾਲੇ ਹੋ। ਤਾਓ ਕਰੋ ਸਾਹਿਬ ਕੀ ਸੇਵਾ, ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਮਾਲਕ ਸਰੂਪ ਜਾਣ ਕਰਕੇ ਤੁਹਾਡੀ ਸੇਵਾ ਕਰ ਸਕਦੇ ਹਾਂ। ਤਾਂ ਹੀ ਮਹਾਰਾਜ ਆਪ ਜੀ ਦੇ ਬਚਨ ਮੰਨਣ ਰੂਪੀ ਸੇਵਾ ਕਰ ਸਕਣ ਦੇ ਯੋਗ ਹੋਵਾਂਗੇ, ਜੇ ਆਪ ਜੀ ਕਿਰਪਾ ਕਰਕੇ ਹੁਕਮ ਕਰ ਦੇਣਾ ਕਰੋ। ਜਬ ਕੋ ਦੇਖੈ ਸੁਭ ਦਿਸ਼ਟਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਦੀ ਜਦੋਂ ਸ਼ੁਭ ਦ੍ਰਿਸ਼ਟੀ ਦੇ ਨਾਲ ਮਹਾਰਾਜ ਸਾਡੇ ਵੱਲ ਤੱਕਦੇ ਹੋ, ਨਾਮ ਕਰਤਾ ਮੁਖ ਮੇਵਾ। ਜੋ ਆਪ ਜੀ ਦਾ ਸ਼੍ਰੋਮਣੀ ਨਾਮ ਹੈ ਨਾ, ਮੇਵੇ ਦੀ ਤਰ੍ਹਾਂ ਮਹਾਰਾਜ ਮਨ ਦੇ ਵਿੱਚ ਮਿੱਠਾ ਲੱਗਦਾ ਹੈ। ਮਿਠਾਸ ਭਰਿਆ ਜਾਣ ਕਰਕੇ ਪਿਆਰ ਦੇ ਵਿੱਚ ਭਿੱਜ ਕਰਕੇ ਮਹਾਰਾਜ ਆਪ ਜੀ ਦੇ ਨਾਮ ਨੂੰ ਜਪਦੇ ਹਾਂ। ਨਾਮ ਕਰਤਾ ਮੁਖ ਮੇਵਾ, ਜੋ ਕਰਨ ਹਾਰੇ ਕਰਤੇ ਪਰਮੇਸ਼ਰ ਵਾਹਿਗੁਰੂ ਦੇ ਬਖਸ਼ੀ ਹੋਈ ਸ਼੍ਰੋਮਣੀ ਨਾਮ ਦੀ ਦਾਤ ਹੈ। ਮਹਾਰਾਜ ਇਹ ਮਿਠਾਸ ਭਰੀ ਲੱਗਦੀ ਹੈ। ਐਸਾ ਮਹਾਰਾਜ ਨਾਮ ਹੈ। ਹਜੂਰ ਕਹਿੰਦੇ ਹਨ, ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੁਖ ਦੁਆਰ। ਇਹ ਮਹਾਰਾਜ ਸੱਚੇ ਪਾਤਸ਼ਾਹ ਜੋ ਨਾਮ ਰੂਪ ਬਾਣੀ ਹੈ ਨਾ, ਇਹ ਮਿਠਾਸ ਭਰੀ ਹੈ। ਜੋ ਭਾਵਨਾ ਸਿੱਧ ਹੋ ਕਰਕੇ ਆਤਮਿਕ ਰੂਪ ਹੋ ਕਰਕੇ ਇਸ ਮਿਠਾਸ ਭਰੀ ਬਾਣੀ ਦੇ ਇਹ ਰਸ ਨੂੰ ਚੱਕ ਲੈਂਦੇ ਹੈ, ਉਹ ਫਿਰ ਮੁਕਤੀ ਦੇ ਦਵਾਰ ਨੂੰ ਪ੍ਰਾਪਤ ਹੋ ਜਾਂਦੇ ਹਨ। ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨਾਮ ਕਰਤਾ ਮੁਖ ਮੇਵਾ। ਮਹਾਰਾਜ ਨਾਮ ਕਰਕੇ ਹੀ ਤੁਹਾਡੇ ਮਹਾਰਾਜ ਅਸੀਂ ਮੇਵੜੇ ਸਿੱਖ ਬਣਨਾ ਕੀਤਾ ਹੈ। ਮਹਾਰਾਜ ਮੁਖੀ ਸਿੱਖ ਬਣਨਾ ਕੀਤਾ ਹੈ, ਆਪ ਜੀ ਦੇ ਸ਼੍ਰੋਮਣੀ ਨਾਮ ਨੂੰ ਪ੍ਰਾਪਤ ਕਰਕੇ। ਅਗਮ ਅਲਖ ਕਾਰਨ ਪੁਰਖ। ਗਰੀਬ ਨਵਾਜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਤਾਈ ਮਨ ਕਰਕੇ ਵੀ ਮਹਾਰਾਜ ਨਿਰਗੁਣ ਸਰੂਪ ਦੇ ਵਿੱਚ ਗਮਤਾ ਨਹੀਂ ਕੀਤੀ ਜਾ ਸਕਦੀ। ਫਿਰ ਮਹਾਰਾਜ ਆਪ ਜੀ ਅਲੱਗ ਸਰੂਪ ਹੋ ਲਖਿਆ ਨਹੀਂ ਜਾ ਸਕਦਾ। ਜੋ ਫਰਮਾਨ ਹੈ ਸੋ ਕਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਭੱਟ ਰਸਨਾ ਦੁਆਰਾ ਕਹਿੰਦੇ ਨੇ, ਅਗਮ ਅਲੱਖ ਕਾਰਨ ਪੁਰਖ। ਸਾਰੀ ਸ੍ਰਿਸ਼ਟੀ ਦੇ ਵਿਧਾਂ ਨੂੰ ਬਣਾਉਣ ਵਾਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਹੋ। ਪੁਰਖ ਸਰੂਪ ਹੋ, ਜਿਨ੍ਹਾਂ ਨੇ ਮਹਾਰਾਜ ਆਪ ਨੇ ਸਾਰੇ ਜਗਤ ਰੂਪ ਬਾਲਕ ਨੂੰ ਪੈਦਾ ਕੀਤਾ ਹੈ। ਸਾਰੀ ਸ੍ਰਿਸ਼ਟੀ ਦੀ ਦੇਖ ਰੇਖ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਰਨ ਵਾਲੇ ਹੋ। ਕਾਰਨ ਪੁਰਖ ਔਰ ਜਗਤ ਦੀਆਂ ਜਿੰਨੀਆਂ ਵੀ ਵਿਧਾਂ ਨੇ ਉਹਨਾਂ ਨੂੰ ਬਣਾਉਣ ਵਾਲੇ ਆਪ ਹੋ। ਵਿਧਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੰਪੂਰਨ ਕਰਨ ਵਾਲੇ ਵੀ ਆਪ ਹੋ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵਡਿਆਈ ਹੈ। ਫਿਰ ਕਹਿੰਦੇ ਨੇ, ਜੋ ਫਰਮਾਵਹਿ ਸੋ ਕਹੋ। ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਫਰਮਾਨ ਕਰਦੇ ਹੋ ਤਿਵੇਂ ਹੀ ਮਹਾਰਾਜ ਅਸੀਂ ਉਚਾਰਨ ਕਰਦੇ ਹਾਂ। ਭੱਟ ਜੀ ਉਚਾਰਨ ਕਰਦੇ ਹੈ, ਕਹਿੰਦੇ ਮਹਾਰਾਜ ਜਿਵੇਂ ਤੁਸਾਂ ਨੇ ਹੁਕਮ ਕਰਨਾ ਕੀਤਾ, ਜਿਵੇਂ ਤੁਸਾਂ ਨੇ ਸਾਡੀ ਬੁੱਧੀ ਨੂੰ ਪ੍ਰੇਰਿਤ ਕੀਤਾ, ਤਿਵੇਂ ਹੀ ਮਹਾਰਾਜ ਆਪ ਜੀ ਦੇ ਗੁਣਾਂ ਨੂੰ ਉਚਾਰਿਆ ਹੈ। ਗੁਰ ਅਮਰਦਾਸ ਕਾਰਨ ਕਰਨਾ। ਐਸੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸਭ ਕਾਰਣਾਂ ਨੂੰ ਕਰਨ ਵਾਲੇ ਆਪ ਨੇ। ਹਜੂਰ ਦਾ ਬਚਨ ਆਉਂਦਾ ਹੈ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਅਲ ਸੋਏ। ਐਸੀ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਆਪ ਜੀ ਦੀ ਉਜਲ ਮਹਿਮਾ ਹੈ। ਸਭ ਕਾਰਣਾਂ ਦੇ ਕਰਨ ਵਾਲੇ ਆਪ ਹੋ।
हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਜਿਵੇਂ ਆਪ ਜੀ ਮਹਾਰਾਜ ਸਾਨੂੰ ਰੱਖਣਾ ਚਾਹੋ, ਰੱਖ ਲੈਣਾ ਕਰੋ। ਜਿਵੇਂ ਮਹਾਰਾਜ ਹੁਣ ਆਪ ਜੀ ਨੂੰ ਭਾਵਦਾ ਹੈ, ਤਿਵੇਂ ਹੀ ਆਪਣੀ ਸ਼ਰਨ ਦੇ ਵਿੱਚ ਰੱਖ ਲਵੋ। ਕਿਉਂਕਿ ਮਹਾਰਾਜ ਮਨ ਬਾਣੀ ਸਰੀਰ ਕਰਕੇ ਆਪਾ ਭਾਵ ਕਰਕੇ ਤੁਹਾਡੀ ਹੁਣ ਸ਼ਰਨ ਧਾਰਨ ਕਰ ਲਈ ਹੈ। ਇਸ ਲਈ ਗਰੀਬ ਨਵਾਜ ਜਿਵ ਤੂੰ ਰੱਖੇ ਤਿਵ ਰਹੋ। ਸਭ ਵਿਧਾਂ ਨੂੰ ਬਣਾਉਣ ਵਾਲੇ, ਸਾਰੀ ਸ੍ਰਿਸ਼ਟੀ ਨੂੰ ਮਹਾਰਾਜ ਆਪਣੇ ਹੁਕਮ ਦੇ ਵਿੱਚ ਲਾਉਣ ਵਾਲੇ ਤੁਸੀਂ ਆਪ ਹੋ। ਤੇ ਮਹਾਰਾਜ ਹੁਣ ਜਿਵੇਂ ਆਪ ਜੀ ਨੂੰ ਪਾਉਂਦਾ ਸਾਨੂੰ ਤਿਵੇਂ ਹੀ ਰੱਖ ਲੈਣਾ ਕਰੋ। ਅੱਗੇ ਹੁਣ ਪਾਠ ਭਿੱਖਾ ਜੀ ਉਚਾਰਨ ਕਰਦੇ, ਜਿਹੜੇ ਬ੍ਰਹਮਾ ਦੇ ਅਵਤਾਰ ਹੋਏ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾ ਰਹੇ ਹਨ। ਗੁਰ ਗਿਆਨ ਹਰ ਧਿਆਨ, ਇਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਸਾਡੇ ਲਈ ਗਿਆਨ ਸਰੂਪ ਹੋ। ਮਹਾਰਾਜ ਆਪ ਜੀ ਹੀ ਸਾਡੇ ਲਈ ਧਿਆਨ ਸਰੂਪ ਹੋ। ਤਤ ਸਿਓ ਤਤ ਮਿਲਾਵੇ, ਕਿਉਂਕਿ ਤੁਹਾਡੇ ਚਰਨਾਂ 'ਚੋਂ ਮਹਾਰਾਜ ਸ਼ਬਦ ਦੁਆਰਾ ਗਿਆਨ ਪ੍ਰਾਪਤ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਗਿਆਨ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਪਰਮੇਸ਼ਰ ਦੇ ਤਾਂ ਹੀ ਮਿਲਿਆ ਜਾ ਸਕਦਾ, ਪਰਮਾਰਥ ਦੇ ਰਸਤੇ ਤੇ ਚੱਲਿਆ ਜਾਂਦਾ ਹੈ। ਔਰ ਧਿਆਨ ਦੀ ਜੁਗਤੀ ਵੀ ਤੁਹਾਡੇ ਚਰਨਾਂ ਵਿੱਚੋਂ ਮਹਾਰਾਜ ਪ੍ਰਾਪਤ ਕਰਕੇ ਨਿਰਗੁਣ ਸਰੂਪ ਦੇ ਨਾਲ ਮਿਲਿਆ ਜਾ ਸਕਦਾ ਹੈ। ਮਹਾਰਾਜ ਸੱਚੇ ਪਾਤਸ਼ਾਹ